ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਉਹਨਾਂ ਦੀ ਸ਼ਰਨ 'ਚ ਜਾਣਾ ਸੀ, ਅਸੀਂ ਉਹਨਾਂ ਨਾਲ ਗੱਲਾਂ ਕਰਨੀਆਂ ਸੀ, ਅਸੀਂ ਉਹਨਾਂ ਕੋਲੋਂ ਗਿਆਨ ਲੈਣਾ ਸੀ ਔਰ ਉਹ ਗਿਆਨ ਲੈ ਕੇ ਉਹਨੂੰ ਪ੍ਰੈਕਟੀਕੈਲਿਟੀ ਦੇ ਵਿੱਚ ਲਿਆ ਕੇ ਪ੍ਰੈਕਟੀਕਲੀ ਇੱਕ ਦੂਜੇ ਨਾਲ ਫਿਰ ਉਹਨਾਂ ਦੀ ਜੋ ਸਾਡੀ ਐਕਸਪੀਰੀਅੰਸ ਹੋਣੇ ਸੀ ਉਹ ਇੱਕ ਦੂਜੇ ਨਾਲ ਸ਼ੇਅਰ ਕਰਨੇ ਸੀਗੇ, ਸੰਗਤ ਕਰਨੀ ਸੀਗੀ। ਪਰ ਅਸੀਂ ਸੰਗਤ ਦੇ ਨਾਮ ਦੇ ਉੱਤੇ ਤਾਂ ਸਿਰਫ ਆਪਾਂ ਬਸ ਆਪਣੇ ਮਨ ਪਰਚਾਵਾ ਕਰ ਲਿਆ। ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਜਾਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਗਏ, ਮੱਥਾ ਟੇਕਿਆ, 2 ਮਿੰਟ ਬੈਠੇ ਔਰ ਵਾਪਸ ਆ ਗਏ। ਨਹੀਂ, ਜਦੋਂ ਤੱਕ ਆਪਾਂ ਉੱਥੇ ਬੈਠ ਕੇ ਗੁਰੂ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਬੈਠ ਕੇ ਉਹਨਾਂ ਨਾਲ ਗੱਲਾਂ ਨਹੀਂ ਕਰਦੇ, ਉਹਨਾਂ ਕੋਲੋਂ ਗਿਆਨ ਲੈਂਦੇ ਨਹੀਂ, ਅਰਜਿਤ ਨਹੀਂ ਕਰਦੇ, ਤਦ ਤੱਕ ਗੱਲ ਨਹੀਂ ਬਣ ਸਕਦੀ। ਅੱਜ ਸਾਡੇ ਆਪਣੇ ਵੀ ਤਾਂ ਡੇਰੇ ਬਣ ਗਏ ਨਾ, ਅਸੀਂ ਆਪ ਵੀ ਤਾਂ ਡੇਰੇ ਬਣਾ ਕੇ ਬੈਠੇ ਹੋਏ ਹਾਂ। ਇਹ ਫਲਾਣੇ ਬਾਬਾ ਜੀ ਆ ਜੀ, ਇਹਨਾਂ ਦੀ ਫਲਾਣੀ ਮਨੌਤ ਆ, ਫਲਾਣੇ ਬਾਬਾ ਜੀ ਇਹਨਾਂ ਦੀ ਫਲਾਣੀ ਮਨੌਤ ਆ। ਆਪਾਂ ਵੀ ਤਾਂ ਉਹ ਸਾਰੇ ਡੇਰੇ ਬਣਾਏ ਆ। ਅਸੀਂ ਇਹ ਸਮਝ ਹੀ ਨਹੀਂ ਸਕੇ ਕਿ ਸਾਡਾ ਮਹਾਂਪੁਰਸ਼, ਸਾਡਾ ਜਿਹੜਾ ਬ੍ਰਹਮ ਗਿਆਨੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਔਰ ਅਸੀਂ ਉਹਨਾਂ ਕੋਲੋਂ ਹੀ ਗਿਆਨ ਲੈਣਾ ਆ। ਕੋਈ ਵੀ ਮਾਂ ਪਿਓ ਐਸੇ ਪੈਦਾ ਨਹੀਂ ਸੀ ਹੋ ਸਕਦੇ ਜਿਹੜੀ ਆਪਣੀਆਂ ਧੀਆਂ ਨੂੰ ਮੁਕਤੀ ਦੇ ਕਰਕੇ ਜਾਂ ਮੋਕਸ਼ ਪ੍ਰਾਪਤ ਕਰਨ ਵਾਸਤੇ ਜਾ ਕੇ ਕਿਸੇ ਡੇਰੇ ਦੇ ਵਿੱਚ ਛੱਡ ਆਉਂਦੇ ਕਿ ਲਓ ਤੁਸੀਂ ਤੇ ਸੇਵਾ ਕਰਦੀਆਂ ਰਹੋ ਔਰ ਉਸ ਤੋਂ ਬਾਅਦ ਉਹਨਾਂ ਨਾਲ ਜੋ ਮਰਜ਼ੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਾਨੂੰ ਹਰ ਇੱਕ ਸਮੇਂ ਦੇ ਉੱਤੇ ਤੁਸੀਂ ਬਹੁਤ ਸਾਰੀਆਂ ਈਮੇਲਸ ਕਰਦੇ ਰਹਿੰਦੇ ਹੋ। ਤਕਰੀਬਨ ਹਰ ਇੱਕ ਪ੍ਰੋਗਰਾਮ ਤੋਂ ਬਾਅਦ ਮੈਨੂੰ ਈਮੇਲਸ ਆਉਂਦੀਆਂ ਨੇ। ਉਹਨਾਂ ਸਾਰੀਆਂ ਈਮੇਲਸ ਦੇ ਵਾਸਤੇ ਮੈਂ ਆਪ ਸਭ ਦੀ ਬਹੁਤ-ਬਹੁਤ ਆਭਾਰੀ ਹਾਂ। ਸਾਨੂੰ ਜ਼ਰੂਰ ਆਪਣਾ ਜੋ ਵੀ ਤੁਹਾਡੇ ਸੁਝਾਅ ਜਾਂ ਜਿਸ ਤਰੀਕੇ ਨਾਲ ਵੀ ਜੋ ਵੀ ਤੁਸੀਂ ਕੁਐਸਚਨਸ ਅਗਰ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਪੁੱਛਦੇ ਰਿਹਾ ਕਰੋ। ਅਗਲਾ ਐਪੀਸੋਡ ਜਿਹੜਾ ਆਪਾਂ ਕਰਾਂਗੇ ਔਰ ਅੱਜ ਦਾ ਐਪੀਸੋਡ, ਇਹਨਾਂ ਤੋਂ ਬਾਅਦ ਮੈਂ ਜਿਹੜੇ ਐਪੀਸੋਡ ਕਰੂੰਗੀ ਉਹ ਫਿਰ ਕੁਐਸਚਨ ਆਨਸਰਸ ਵਾਲੇ ਲਊਂਗੀ, ਕਿਉਂਕਿ ਕੁਐਸਚਨ ਆਨਸਰਸ ਦਾ ਜਿਹੜਾ ਕੁਐਸਚਨਸ ਦਾ ਬੈਕਲੌਗ ਬਹੁਤ ਹੋ ਗਿਆ, ਤਾਂ ਉਹਦੇ ਵਾਸਤੇ ਫਿਰ ਮੈਂ ਕੁਐਸਚਨਸ ਲਊਂਗੀ। ਅਗਰ ਤੁਹਾਡੇ ਕੋਲ ਕੋਈ ਕੁਐਸਚਨਸ ਨੇ ਸਾਨੂੰ ਜ਼ਰੂਰ ਲਿਖ ਕੇ ਭੇਜੋ। ਖੈਰ, ਜਿਹੜੇ ਪਿਛਲੇ 2 ਐਪੀਸੋਡ ਸੀਗੇ ਉਹਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ ਜਦੋਂ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ ਅਤੇ ਅਰਦਾਸ ਦੇ ਵਿੱਚ ਜਿੱਥੇ ਆਊਗਾ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਆਉਂਦਾ, ਆਪਾਂ ਬੋਲਦੇ ਹਾਂ ਕਿ ਨਾਨਕ ਲਈ ਧਿਆਏ, ਤਾਂ ਉਦੋਂ ਉਹਦਾ ਮਤਲਬ ਕੀ ਆ, ਅਸੀਂ ਇਹਦੇ ਬਾਰੇ ਗੱਲ ਕਰ ਰਹੇ ਸੀ। ਪਿਛਲੇ 2 ਐਪੀਸੋਡਸ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ। ਅੱਜ ਵੀ ਆਪਾਂ ਇਹਦੀ ਕੰਟੀਨਿਊਟੀ ਅੱਗੇ ਰੱਖਣੀ ਆ। ਆਪਾਂ ਇਹ ਗੱਲ ਕਰ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਨਾਮ ਆਉਂਦਾ ਹੈ ਅਤੇ ਅਸੀਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਦਾ ਨਾਮ ਧਿਆਉਣ ਦੀ ਗੱਲ ਕਰਦੇ ਹਾਂ ਅਰਦਾਸ ਦੇ ਵਿੱਚ, ਤਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਅਸੀਂ ਉਹਨਾਂ ਕੋਲੋਂ ਕਿਹੜੀਆਂ ਦਾਤਾਂ, ਕਿਸ ਤਰੀਕੇ ਨਾਲ ਅਸੀਂ ਕੀ ਮੰਗ ਰਹੇ ਹਾਂ ਕਿ ਸਾਨੂੰ ਉਹਨਾਂ ਦੇ ਕੋਲੋਂ ਅਸੀਂ ਜਦੋਂ ਉਹਨਾਂ ਨੂੰ ਧਿਆਉਣ ਦੀ ਗੱਲ ਕਰਦੇ ਤਾਂ ਉਹਨਾਂ ਦੀਆਂ ਕਿਵੇਂ ਦੀਆਂ ਸਿੱਖਿਆਵਾਂ ਜਾਂ ਕਿਹੜੀਆਂ ਸਿੱਖਿਆਵਾਂ ਧਿਆਉਣ ਦੀ ਗੱਲ, ਅਪਣਾਉਣ ਦੀ ਗੱਲ ਕਰ ਰਹੇ ਹਾਂ। ਇਸੇ ਕੜੀ ਦੇ ਵਿੱਚ ਜਦੋਂ ਅਸੀਂ ਗੱਲ ਕਰਾਂਗੇ ਸਿੱਖਿਆਵਾਂ ਦੀ, ਤਾਂ ਫਿਰ ਸਾਨੂੰ ਗੱਲ ਕਰਨੀ ਪਊਗੀ ਗੁਰੂ ਨਾਨਕ ਪਾਤਸ਼ਾਹ ਦੇ ਵਿਅਕਤੀਗਤ ਜਿਹੜੀ ਉਹਨਾਂ ਦੀ ਇੱਕ ਪਰਸਨੈਲਿਟੀ ਆ ਉਹਦੀ, ਕਿ ਉਸ ਪਰਸਨੈਲਿਟੀ ਦੇ ਵਿੱਚੋਂ ਸਾਨੂੰ ਹਰ ਇੱਕ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਵੀ ਆਪਾਂ ਜਦੋਂ ਵੀ ਉਹਨਾਂ ਦੀ ਪਰਸਨੈਲਿਟੀ ਨੂੰ ਦੇਖਾਂਗੇ ਨਾ, ਹਰ ਇੱਕ ਜਿਹੜਾ ਡਾਇਮੈਂਸ਼ਨ ਹੈਗੀ ਆ ਉਹ ਆਪਣੇ ਆਪ ਵਿੱਚ ਇੱਕ ਸਿੱਖਿਆ ਆ। ਉਸ ਸਿੱਖਿਆ ਨੂੰ ਅਸੀਂ ਆਪਣੀ ਜੀਵਨ ਦੇ ਵਿੱਚ ਗ੍ਰਹਿਣ ਕਿੱਦਾਂ ਕਰਨਾ, ਉਹਨੂੰ ਆਪਾਂ ਆਪਣੇ ਆਪ ਦੇ ਵਿੱਚ ਅਬਜ਼ੋਰਬ ਕਿੱਦਾਂ ਕਰਨਾ, ਤਾਂ ਕਿ ਉਹ ਜਿਹੜੀ ਸਿੱਖਿਆ ਹੈ ਉਹ ਸਾਡੀ ਕਿਰਦਾਰ ਬਣ ਜਾਏ, ਉਹ ਸਾਡਾ ਕਿਰਦਾਰ ਜਿਹੜਾ ਅੱਗੇ ਡਿਵੈਲਪ ਹੋਊਗਾ, ਫਿਰ ਕਿਰਦਾਰੇ ਖਾਲਸਾ ਹੋ ਜਾਊਗਾ। ਉਹ ਕਿਰਦਾਰ ਕਿੱਦਾਂ ਬਣਾਇਆ ਜਾਵੇ, ਇਹਦੇ ਉੱਤੇ ਗੱਲ ਜਿਹੜੀ ਆ ਉਹ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਪਰਸਨੈਲਿਟੀ ਆ ਉਹਦੀਆਂ 4 ਡਾਇਮੈਂਸ਼ਨਸ ਦੀ ਗੱਲ ਆਪਾਂ ਕਰ ਰਹੇ ਸੀਗੇ। ਪਿਛਲੇ 2 ਐਪੀਸੋਡਸ ਦੇ ਵਿੱਚ ਆਪਾਂ 2 ਡਾਇਮੈਂਸ਼ਨਸ ਦੀ ਗੱਲ ਕਰ ਚੁੱਕੇ, ਸਪਿਰਿਚੁਅਲ ਅਤੇ ਰਿਲੀਜੀਅਸ, ਯਾਨੀ ਕਿ ਧਾਰਮਿਕ ਅਤੇ ਅਧਿਆਤਮਿਕ। ਇਹਨਾਂ 2 ਹਿੱਸਿਆਂ ਦੀ 2 ਡਾਇਮੈਂਸ਼ਨਸ ਦੀ ਗੱਲ ਆਪਾਂ ਕਰ ਚੁੱਕੇ ਕਿ ਜਦੋਂ ਅਸੀਂ ਗੁਰੂ ਨਾਨਕ ਦਾ ਨਾਮ ਧਿਆਉਂਦੇ ਹਾਂ ਅਰਦਾਸ ਦੇ ਵਿੱਚ, ਜਿੰਨੀ ਵਾਰੀ ਵੀ ਅਸੀਂ ਅਰਦਾਸ ਦੇ ਵਿੱਚ ਇਹ ਬੋਲੀਏ ਕਿ ਗੁਰੂ ਨਾਨਕ ਦਾ ਨਾਮ ਅਸੀਂ ਧਿਆਉਣ ਦੀ ਗੱਲ ਕਰੀਏ, ਤਾਂ ਉਦੋਂ ਸਾਡੇ ਜਿਹੜਾ ਮਨ ਅੰਦਰ ਉਹ ਕਿਹੋ ਜਿਹੀ ਭਾਵਨਾ ਹੋਣੀ ਚਾਹੀਦੀ ਆ ਕਿ ਉਹਨਾਂ ਦੇ ਅੱਛਾ ਫਿਰ ਜੇ ਅਸੀਂ ਗੁਰੂ ਨਾਨਕ ਲਈ ਧਿਆਏ ਤਾਂ ਇਹਦਾ ਮਤਲਬ ਹੈ ਕਿ ਗੁਰੂ ਨਾਨਕ ਨੇ ਸਾਨੂੰ ਧਰਮ ਦਿੱਤਾ। ਉਹ ਧਰਮ ਕੀ ਆ ਔਰ ਇਹਦੇ ਬਾਰੇ ਆਪਾਂ ਬੜੀ ਵਿਸਥਾਰ ਦੇ ਵਿੱਚ ਮੈਂ ਗੱਲ ਕਰ ਚੁੱਕੀ ਹਾਂ ਕਿ ਧਰਮ ਉਹ ਨਹੀਂ ਜੋ ਆਪਾਂ ਅੱਜ ਕੱਲ੍ਹ ਜਿਹਨੂੰ ਆਪਾਂ ਇੱਕ ਬੜਾ ਛੋਟਾ ਜਿਹਾ ਇੱਕ ਵਰਡ ਸਮਝ ਕੇ ਬੈਠੇ ਹਾਂ। ਧਰਮ ਕੀ ਆ ਉਹ ਆਪਾਂ ਗੱਲ ਕਰ ਚੁੱਕੇ ਹਾਂ। ਅਧਿਆਤਮਿਕ ਤੌਰ ਦੇ ਉੱਤੇ ਉਹਨਾਂ ਨੇ ਸਾਨੂੰ ਕੀ ਨਸੀਹਤਾਂ ਦਿੱਤੀਆਂ ਹੈ, ਇਹ ਗੱਲਾਂ ਆਪਾਂ ਆਲਰੇਡੀ ਕਰ ਚੁੱਕੇ ਹਾਂ। ਜਿਹੜਾ ਅੱਜ ਵਾਲਾ ਐਪੀਸੋਡ ਆ ਉਹ ਇਸੇ ਕੜੀ ਦੇ ਵਿੱਚ ਥੋੜ੍ਹਾ ਅੱਗੇ ਆਪਾਂ ਚਲਾਵਾਂਗੇ, ਕਿਉਂਕਿ ਧਾਰਮਿਕ ਅਤੇ ਅਧਿਆਤਮਿਕ ਦਾ ਡਿਫਰੈਂਸ ਕਰਨਾ ਵੀ ਬਹੁਤ ਜ਼ਰੂਰੀ ਆ। ਖੈਰ, ਉਸ ਤੋਂ ਪਹਿਲਾਂ ਮੈਂ ਆਪ ਸਭ ਨਾਲ ਇੱਕ ਈਮੇਲ ਸ਼ੇਅਰ ਕਰਨਾ ਚਾਹੁੰਦੀ ਹਾਂ। ਇਹ ਈਮੇਲ ਜਿਹੜੀ ਹੈ ਉਹ 28 ਮਾਰਚ 2021 ਨੂੰ ਮੈਨੂੰ
ਜਗੀਰ ਸਿੰਘ ਹੁਣਾਂ ਨੇ ਲਿਖੀ ਹੈ। ਉਹ ਕਹਿੰਦੇ ਨੇ ਕਿ ਬੀਬਾ ਜੀ ਜੋ ਤੁਸੀਂ ਗੱਲਾਂ ਕਰਦੇ ਹੋ ਇਹਨਾਂ ਦਾ ਕਿਸੇ ਨੂੰ ਫਾਇਦਾ ਕੀ ਹੋ ਸਕਦਾ ਹੈ? ਕੀ ਸਾਡੇ ਕਰਮ ਕੱਟ ਹੋ ਜਾਣਗੇ? ਰੱਬ ਇਹਨਾਂ ਗੱਲਾਂ ਨਾਲ ਖੁਸ਼ ਹੋ ਜਾਵੇਗਾ? ਕੀ ਸਾਡੀ 84 ਵਾਲਾ ਗੇੜ ਕੱਟਿਆ ਜਾਵੇਗਾ? ਅਸੀਂ ਇਹ ਗੱਲਾਂ ਨਾਲ ਮੁਕਤ ਹੋ ਜਾਵਾਂਗੇ? ਸਾਨੂੰ ਜੇ ਫਿਕਰ ਕਰਨ ਦੀ ਲੋੜ ਹੈ ਉਹ ਇਹ ਹੈ, ਸਾਡਾ ਆਖਰੀ ਵੇਲੇ ਕਿਸੇ ਨੇ ਹੱਥ ਫੜਨਾ ਹੈ, ਰੱਬ ਨੇ, ਜਮਦੂਤ ਨੇ, ਉੱਥੇ ਭਗਤੀ ਦੀ ਕਮਾਈ ਮੰਗੀ ਜਾਂਦੀ ਹੈ। ਹੁਣ ਇਹ ਉਹਨਾਂ ਨੇ ਇੰਨਾ ਕੀ ਬਸ ਲਿਖ ਕੇ ਔਰ ਭੇਜਿਆ ਆ। ਇਹ ਈਮੇਲ ਅੱਜ ਦੇ ਹੀ ਇਸ ਐਪੀਸੋਡ ਦੇ ਵਿੱਚ, ਕਿਉਂਕਿ ਅੱਜ ਬੇਸ਼ੱਕ ਸਾਡਾ ਕੁਐਸਚਨ ਆਨਸਰ ਸੀਰੀਜ਼ ਦਾ ਐਪੀਸੋਡ ਨਹੀਂ ਹੈ, ਪਰ ਫਿਰ ਵੀ ਇਹ ਈਮੇਲ ਅੱਜ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਸੀ। ਉਹਦਾ ਕਾਰਨ ਇਹ ਹੈ, ਇੱਕ ਤਾਂ ਇਹ ਈਮੇਲ ਆਪਣੇ ਆਪ ਦੇ ਵਿੱਚ ਹੀ ਸਵਾਲ ਵੀ ਹੈ ਔਰ ਕਈ ਤਰ੍ਹਾਂ ਦੇ ਜਵਾਬ ਵੀ ਹੈ। ਕਈ ਤਰ੍ਹਾਂ ਦੇ ਸਵਾਲ ਨਿਕਲ ਕੇ ਆਉਂਦੇ ਆ, ਕਈ ਤਰ੍ਹਾਂ ਦੇ ਜਵਾਬ ਨਿਕਲ ਕੇ ਆਉਂਦੇ ਆ, ਅਤੇ ਮੈਨੂੰ ਲੱਗਾ ਕਿ ਇੱਕ ਰਿਫਰੈਸ਼ ਬਟਨ ਵੀ ਹੈਗਾ ਸਾਡੇ ਲਈ ਕਿ ਅਸੀਂ ਇਹ ਜੋ ਗੱਲਾਂ ਕਰ ਰਹੇ ਹਾਂ, ਜੋ ਕਿਰਦਾਰੇ ਖਾਲਸਾ ਦਾ ਪ੍ਰੋਗਰਾਮ ਹੈ, ਇਹਦੇ ਵਿੱਚ ਜੋ ਆਪਾਂ ਵਿਚਾਰ ਵਟਾਂਦਰੇ ਕਰ ਰਹੇ ਹਾਂ, ਇਹਨਾਂ ਦਾ ਫਾਇਦਾ ਕੀ ਹੈ, ਇਹਨਾਂ ਦਾ ਮਤਲਬ ਕੀ ਆ, ਅਸੀਂ ਕਿਉਂ ਕਰ ਰਹੇ ਹਾਂ। ਸੋ ਇਸ ਕਰਕੇ ਮੈਨੂੰ ਲੱਗਾ ਕਿ ਇਹ ਈਮੇਲ ਜਿਹੜੀ ਮੈਂ ਅੱਜ ਦੇ ਐਪੀਸੋਡ ਦੇ ਵਿੱਚ ਹੀ ਸ਼ਾਮਿਲ ਕਰ ਲਵਾਂ। ਹੁਣ ਆਪਾਂ ਹਮੇਸ਼ਾ ਤੋਂ ਇਹ ਗੱਲ ਕਰਦੇ ਆਏ ਹਾਂ, ਜਦੋਂ ਤੋਂ ਆਪਾਂ ਇਹ ਪ੍ਰੋਗਰਾਮ ਮੈਨੂੰ ਲੱਗਦਾ ਸ਼ੁਰੂ ਕੀਤਾ ਹੈ, ਔਰ ਵਿੱਚੋਂ ਕਾਫੀ ਮੈਜੋਰਿਟੀ ਆਫ ਪ੍ਰੋਗਰਾਮਸ ਦੇ ਵਿੱਚ, ਮੈਜੋਰਿਟੀ ਆਫ ਐਪੀਸੋਡਸ ਦੇ ਵਿੱਚ ਮੈਂ ਇਹ ਗੱਲ ਬਾਰ-ਬਾਰ ਦੁਹਰਾਈ ਆ ਕਿ ਜੋ ਗੱਲਾਂ ਆਪਾਂ ਕਰਦੇ ਹਾਂ, ਤੁਸੀਂ ਮੈਨੂੰ ਸਵਾਲ ਪੁੱਛਦੇ ਆ, ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹਾਂ, ਜਾਂ ਮੈਂ ਆਪਣੇ ਕੋਲੋਂ ਕੋਈ ਇੱਕ ਟੌਪਿਕ ਲੈ ਕੇ ਆਉਂਦੀ ਹਾਂ, ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ, ਜੋ ਆਪਾਂ ਵਿਚਾਰ ਵਟਾਂਦਰਾ ਕਰਦੇ ਹਾਂ, ਇਹ ਸਿਰਫ ਇੱਕ ਥਿਓਰੈਟੀਕਲ ਅੰਡਰਸਟੈਂਡਿੰਗ ਆ। ਇਹ ਗੱਲ ਆਪਾਂ ਕਰਦੇ ਆਏ ਹਾਂ, ਹਮੇਸ਼ਾ ਕੀਤੀ ਆ ਕਿ ਇੱਕ ਥਿਓਰੈਟੀਕਲ ਅੰਡਰਸਟੈਂਡਿੰਗ ਆ। ਐਕਸਪੀਰੀਅੰਸ ਪ੍ਰੈਕਟੀਕਲ ਹੋਣ ਤੋਂ ਬਾਅਦ ਹੋਊਗਾ। ਔਰ ਮੈਂ ਬਹੁਤ ਵਾਰੀ ਇਹ ਗੱਲ ਕਹੀ ਆ ਕਿ ਥਿਓਰੈਟੀਕਲੀ ਤਾਂ ਮੈਂ ਸਮਝਾ ਸਕਦੀ ਹਾਂ ਜਦੋਂ, ਜਾਂ ਆਪਾਂ ਗੱਲ ਕਰ ਸਕਦੇ ਹਾਂ ਜਦੋਂ ਆਪਾਂ ਇੱਕ ਓਂਕਾਰ ਦੀ ਗੱਲ ਕੀਤੀ ਸੀ ਜਾਂ ਵਾਹਿਗੁਰੂ ਦੀ ਗੱਲ ਕੀਤੀ ਸੀ, ਤਾਂ ਇਹ ਗੱਲ ਮੈਂ ਬਾਰ-ਬਾਰ ਕਹੀ ਸੀਗੀ ਕਿ ਜਿੰਨੀ ਕੁ ਮੇਰੀ ਮੱਤ, ਜਿੰਨੀ ਕੁ ਮੇਰੀ ਬੁੱਧ ਔਰ ਜਿੰਨੀ ਕੁ ਮੇਰੀ ਵੋਕੈਬਲਰੀ ਹੈ, ਉਹਦੇ ਅਕੋਰਡਿੰਗ ਜੋ ਮੇਰੇ ਪੱਲੇ ਪੈਂਦਾ ਆ ਜਾਂ ਮੈਨੂੰ ਲੱਗਦਾ ਹੈ ਕਿ ਇੰਨਾ ਕੁ ਮੈਂ ਸਾਂਝਾ ਕਰ ਸਕਦੀ ਹਾਂ, ਤਾਂ ਉਹ ਮੈਂ ਆਪ ਸਭ ਨਾਲ ਸਾਂਝਾ ਕੀਤਾ ਸੀਗਾ। ਸੋ ਉਹ ਸੀਗੀ ਥਿਓਰੈਟੀਕਲ ਅੰਡਰਸਟੈਂਡਿੰਗ। ਪਰ ਨਾਲ ਹੀ ਮੈਂ ਇਹ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੱਕ ਇਹਦਾ ਪ੍ਰੈਕਟੀਕਲ ਨਹੀਂ ਕਰਦੇ, ਐਕਸਪੀਰੀਅੰਸਿਸ ਨਹੀਂ ਹੋ ਸਕਦੇ। ਔਰ ਐਕਸਪੀਰੀਅੰਸ ਹਮੇਸ਼ਾ ਪਰਸਨਲ ਹੋਇਆ ਕਰਦਾ। ਮੇਰਾ ਐਕਸਪੀਰੀਅੰਸ ਤੁਹਾਡਾ ਐਕਸਪੀਰੀਅੰਸ ਨਹੀਂ ਹੋ ਸਕਦਾ, ਤੁਹਾਡਾ ਐਕਸਪੀਰੀਅੰਸ ਮੇਰਾ ਨਹੀਂ ਹੋ ਸਕਦਾ। ਔਰ ਇਹ ਐਕਸਪੀਰੀਅੰਸ ਸਿਰਫ ਅਧਿਆਤਮ ਦੀ ਗੱਲ ਨਹੀਂ ਆ, ਆਪਾਂ ਵੈਸੇ ਨੋਰਮਲ ਲਾਈਫ ਦੇ ਵਿੱਚ ਵੀ ਅਗਰ ਦੇਖੀਏ, ਅਕਸਰ ਹੀ ਆਪਾਂ ਇੱਕ ਦੂਜੇ ਨੂੰ ਇਹ ਗੱਲ ਕਹਿ ਦਿੰਦੇ ਹਾਂ ਕਿ ਤੁਹਾਨੂੰ ਕੀ ਪਤਾ ਮੇਰੇ ਨਾਲ ਕੀ ਹੋ ਰਿਹਾ। ਉਹਦਾ ਮਤਲਬ ਕੀ ਹੁੰਦਾ ਆ? ਬੇਸ਼ੱਕ ਆਪਾਂ ਇੱਕ ਦੂਜੇ ਨਾਲ ਕਹਾਣੀਆਂ ਤਾਂ ਸ਼ੇਅਰ ਕਰ ਸਕਦੇ ਹਾਂ, ਇਹ ਤਾਂ ਦੱਸ ਸਕਦੇ ਹਾਂ ਕਿ ਮੇਰੇ ਨਾਲ ਕੀ ਹੋਇਆ, ਕਿੱਦਾਂ ਮੈਂ ਕਿੱਥੇ ਗਈ ਜਾਂ ਕੀ ਮੇਰੇ ਨਾਲ ਵਾਪਰਿਆ, ਉਹ ਮੈਂ ਦੱਸ ਸਕਦੀ ਹਾਂ। ਪਰ ਉਹਦੇ ਨਾਲ ਜੋ ਮੇਰਾ ਐਕਸਪੀਰੀਅੰਸ ਹੋਇਆ ਉਹ ਮੇਰਾ ਵਿਅਕਤੀਗਤ ਹੈ, ਉਹ ਐਕਸਪੀਰੀਅੰਸ ਸਿਰਫ ਮੇਰਾ ਹੈ। ਇਸ ਕਰਕੇ ਜਦੋਂ ਆਪਾਂ ਅਧਿਆਤਮ ਦੇ ਉੱਤੇ ਗੱਲ ਕਰਾਂਗੇ ਨਾ, ਉਦੋਂ ਵੀ ਗੱਲ ਉਹੀ ਆਉਂਦੀ ਹੈ ਕਿ ਥਿਓਰੈਟੀਕਲੀ ਆਪਾਂ ਇੱਕੋ ਚੀਜ਼ ਨੂੰ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹਾਂ। ਮੈਂ ਆਪਣੀ ਮੱਤ ਮੁਤਾਬਕ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਹਾਂ, ਤੁਸੀਂ ਆਪਣੀ ਸਮਝ ਮੁਤਾਬਕ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਪਰ ਜਦੋਂ ਤੱਕ ਆਪਾਂ ਪ੍ਰੈਕਟੀਕੈਲਿਟੀ ਵਿੱਚ ਨਹੀਂ ਜਾਂਦੇ, ਜਦੋਂ ਤੱਕ ਆਪਾਂ ਪ੍ਰੈਕਟੀਕਲ ਨਹੀਂ ਕਰਦੇ, ਐਕਸਪੀਰੀਅੰਸਿਸ ਹੋਣਾ ਪੋਸੀਬਲ ਨਹੀਂ ਆ। ਸੋ ਇੱਥੋਂ ਤੱਕ ਤਾਂ ਜਿਹੜੀ ਉਹਨਾਂ ਦੀ ਗੱਲ ਹੈ ਜਗੀਰ ਸਿੰਘ ਹੁਣਾਂ ਦੀ, ਉਹ ਬਿਲਕੁਲ ਸਹੀ ਹੈ ਕਿ ਮੇਰੀਆਂ ਇਹਨਾਂ ਗੱਲਾਂ ਦੇ ਨਾਲ, ਜੋ ਮੈਂ ਗੱਲਾਂ ਕਰਦੀ ਹਾਂ, ਉਹਦੇ ਨਾਲ 84 ਦਾ ਗੇੜ ਨਹੀਂ ਕੱਟਿਆ ਜਾਣਾ। ਇੱਥੋਂ ਤੱਕ ਤਾਂ ਜਗੀਰ ਸਿੰਘ ਹੁਣਾਂ ਦੀ ਗੱਲ ਨਾਲ ਮੈਂ 100% ਸਹਿਮਤ ਹਾਂ। ਔਰ ਇਹ ਵੀ ਬਿਲਕੁਲ ਸੱਚ ਹੈ ਕਿ ਇਹਨਾਂ ਨਾਲ ਅੱਗੇ ਜਾ ਕੇ ਜਿੱਥੇ ਭਗਤੀ ਦੀ ਹੀ ਦਾਤ ਮੰਗੀ ਜਾਣੀ ਆ, ਜਾਂ ਜਿੱਥੇ ਭਗਤੀ ਦੀ ਕਮਾਈ ਪੁੱਛੀ ਜਾਣੀ ਆ, ਉੱਥੇ ਮੇਰੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੋਣਾ। ਇੱਥੋਂ ਤੱਕ ਮੈਂ ਬਿਲਕੁਲ ਸਹਿਮਤ ਹਾਂ। ਪਰ ਮੈਂ ਥੋੜ੍ਹਾ ਜਿਹਾ ਅੱਗੇ ਹੋਰ ਚੱਲੂੰਗੀ। ਇਹਦੇ ਅਗਲਾ ਜਿਹੜਾ ਹਿੱਸਾ ਆ ਕਿ ਇਹਨਾਂ ਗੱਲਾਂ ਦਾ ਫਾਇਦਾ ਕੀ ਆ, ਉਹਦੇ ਉੱਤੇ ਆਪਾਂ ਗੱਲ ਕਰਾਂਗੇ। ਸੋ ਇਹ ਬੜਾ ਜ਼ਰੂਰੀ ਆ ਕਿ ਪ੍ਰੈਕਟੀਕਲ ਹੋਣ ਦੇ ਨਾਲੋਂ ਮੰਨ ਗਏ ਕਿ ਥਿਓਰੈਟੀਕਲ ਜਿਹੜਾ ਹੈ ਉਹ ਕੰਪਲੀਟ ਨਹੀਂ ਆ, ਥਿਓਰੈਟੀਕਲ ਤੋਂ ਬਾਅਦ ਪ੍ਰੈਕਟੀਕਲ ਹੋਣਾ ਜ਼ਰੂਰੀ ਆ। ਪਰ ਓਨਾ ਹੀ ਜ਼ਰੂਰੀ ਪ੍ਰੈਕਟੀਕਲ ਵਾਸਤੇ ਥਿਓਰੈਟੀਕਲ ਦਾ ਹੋਣਾ ਵੀ ਜ਼ਰੂਰੀ ਹੈ। ਜਦੋਂ ਤੱਕ ਤੁਹਾਨੂੰ ਥਿਊਰੀ ਦਾ ਹੀ ਨਹੀਂ ਪਤਾ, ਜਦੋਂ ਤੱਕ ਆਪਾਂ ਨੂੰ ਇਹੀ ਨਹੀਂ ਪਤਾ ਕਿ ਇਹ ਕੰਮ ਕੀ ਹੈ ਔਰ ਕਿਉਂ ਹੈ, ਤਦ ਤੱਕ ਪ੍ਰੈਕਟੀਕਲ ਹੋਣਾ ਸੰਭਵ ਨਹੀਂ ਹੈ। ਇਸ ਕਰਕੇ ਗੱਲਾਂ ਦਾ ਵੀ ਜਿਹੜੀਆਂ ਆਪਾਂ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ, ਤਾਂ ਹੀ ਤਾਂ ਸੰਗਤ ਦੀ ਮਹਿਮਾ ਹੈ ਨਾ। ਸੰਗਤ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਬੈਠੋ
ਹੋ ਇਕੱਤਰ ਮਿਲ ਮੇਰੇ ਭਾਈ ਦੁਵਿਧਾ ਦੂਰ ਕਰੋ ਲਿਵਲਾਈ, ਉਹ ਇਸੇ ਕਰਕੇ ਆ ਕਿਉਂਕਿ ਤੁਸੀਂ ਇੱਕ ਦੂਜੇ ਨਾਲ ਗੱਲ ਕਰੋ ਔਰ ਆਪਣੀਆਂ ਦੁਵਿਧਾਵਾਂ ਜੋ ਸੰਗਤ ਦੇ ਵਿੱਚ, ਸੰਗਤ ਦੀ ਕਚਹਿਰੀ ਵਿੱਚ ਰੱਖ ਕੇ ਉਹਨਾਂ ਦੁਵਿਧਾਵਾਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਪ੍ਰੈਕਟੀਕਲ ਕਰਨ ਦਾ ਰਾਸ ਜਿਹੜਾ ਹੈ ਉਹ ਪੱਧਰਾ ਹੋ ਸਕੇ, ਹੈ ਨਾ। ਇਸ ਕਰਕੇ 100% ਠੀਕ ਆ ਕਿ ਬਿਨਾਂ ਪ੍ਰੈਕਟੀਕਲ ਦੇ ਥਿਓਰੈਟੀਕਲ ਦਾ ਕੋਈ ਵਜੂਦ ਨਹੀਂ, ਪਰ ਇਹ ਓਨਾ ਹੀ ਜਿਹੜਾ ਸ਼ੋਰ ਇਹ ਵੀ ਆ, ਓਨਾ ਹੀ ਕਰੈਕਟ ਇਹ ਵੀ ਆ ਕਿ ਥਿਓਰੈਟੀਕਲ ਤੋਂ ਬਿਨਾਂ ਪ੍ਰੈਕਟੀਕਲ ਵੀ ਨਹੀਂ ਹੋ ਸਕਦਾ। ਹੁਣ ਇਹਦੇ ਵਿੱਚ ਇੱਕ ਮੈਂ ਥੋੜ੍ਹਾ ਜਿਹਾ ਇਹਨੂੰ ਵਿਸਥਾਰ ਦੇ ਵਿੱਚ ਹੋਰ ਜਾਣਾ ਚਾਹੂੰਗੀ। ਜਦੋਂ ਆਪਾਂ ਕਿਰਦਾਰੇ ਖਾਲਸਾ ਦੇ ਪਹਿਲੇ ਐਪੀਸੋਡ ਕੀਤੇ ਸੀਗੇ ਤਾਂ ਉਦੋਂ ਇੱਕ ਗੱਲ ਦਾ ਜ਼ਿਕਰ ਮੈਂ ਪਹਿਲਾਂ ਹੀ ਕੀਤਾ ਸੀਗਾ ਕਿ ਕਰਮ ਕਾਂਡ, ਕਿਉਂਕਿ ਆਪਾਂ ਕਰਮ ਕਾਂਡਾਂ ਤੋਂ ਸ਼ੁਰੂ ਕੀਤੀ ਸੀ ਗੱਲ, ਕਿ ਕਰਮ ਕਾਂਡ ਦਾ ਮਤਲਬ ਕੀ ਹੁੰਦਾ ਆ। ਔਰ ਗੱਲ ਇਹ ਆਈ ਸੀ ਕਿ ਸਨਾਤਨ ਪਰੰਪਰਾ ਦੇ ਵਿੱਚ ਦੋ ਤਰ੍ਹਾਂ ਦੀ ਗੱਲ ਆਉਂਦੀ ਆ। ਉਹ ਇੱਕ ਆਉਂਦੀ ਆ ਗਿਆਨ ਕਾਂਡ ਅਤੇ ਇੱਕ ਆਉਂਦੀ ਆ ਕਰਮ ਕਾਂਡ। ਔਰ ਸਨਾਤਨ ਸ਼ਾਸਤਰਾਂ ਦੇ ਵਿੱਚ ਬੜਾ ਸਾਫ਼ ਉਹਨਾਂ ਨੇ ਲਿਖਿਆ ਹੋਇਆ ਕਿ ਜੇਕਰ ਤੁਸੀਂ ਦੁਨਿਆਵੀ ਸੁੱਖ, ਦੁਨਿਆਵੀ ਵਸਤਾਂ, ਦੁਨਿਆਵੀ ਜਿਹੜੀਆਂ ਬਲੈਸਿੰਗਸ ਆ ਉਹ ਪਾਉਣੀਆਂ ਤਾਂ ਉਹਦੇ ਵਾਸਤੇ ਕਰਮ ਕਾਂਡ ਹੈ। ਪਰ ਜੇਕਰ ਤੁਸੀਂ ਆਤਮਾ ਨੂੰ ਪਰਮਾਤਮਾ, ਇਸ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਇੱਕ ਕਰਨਾ, ਉਹਦੇ ਨਾਲ ਦੀ ਲਿਵ ਜੋੜਨੀ ਹੈ, ਤਾਂ ਫਿਰ ਉਹਦੇ ਵਾਸਤੇ ਗਿਆਨ ਕਾਂਡ ਹੈ। ਇਹ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਹੀ ਕੀਤੀ ਸੀਗੀ। ਹੁਣ ਪ੍ਰੋਬਲਮ ਕੀ ਹੋਈ? ਪ੍ਰੋਬਲਮ ਇਹ ਹੋਈ ਕਿ ਜਿਹੜੇ ਆਮ ਲੋਕ ਸੀਗੇ ਉਹਨਾਂ ਨੇ ਸਿਰਫ ਕਰਮ ਕਾਂਡ ਨੂੰ ਹੀ ਆਪਣਾ ਰਾਹ ਬਣਾ ਲਿਆ, ਗਿਆਨ ਕਾਂਡ ਨੂੰ ਉਹ ਕਿਤੇ ਪਿੱਛੇ ਛੱਡ ਆਏ। ਗਿਆਨ ਵੱਲ ਉਹਨਾਂ ਦਾ ਧਿਆਨ ਗਿਆ ਹੀ ਨਹੀਂ, ਜਾਂ ਉਹਨਾਂ ਨੇ ਸੋਚਿਆ ਕਿਉਂਕਿ ਗਿਆਨ ਵਾਸਤੇ ਤੁਹਾਨੂੰ ਪੜ੍ਹਨਾ ਵੀ ਪਊਗਾ, ਤੁਹਾਨੂੰ ਅੰਤਰ ਧਿਆਨ ਵੀ ਹੋਣਾ ਪਊਗਾ, ਤੁਹਾਨੂੰ ਆਪਣੇ ਅੰਦਰ ਦੇ ਐਕਸਪੀਰੀਅੰਸਿਸ ਵੀ ਲੈਣੇ ਪੈਣਗੇ। ਔਰ ਉਸ ਤੋਂ ਬਾਅਦ ਦੇਖੋ, ਅੰਤਰ ਧਿਆਨ ਹੋਣ ਦਾ ਮਤਲਬ ਅੱਜ ਕੱਲ੍ਹ ਦੇ ਜੇ ਆਪਾਂ ਸੰਦਰਭ ਵਿੱਚ ਵੇਖੀਏ ਤਾਂ ਜਦੋਂ ਬੱਚੇ ਪੜ੍ਹਦੇ ਵੀ ਆ ਨਾ, ਜਦੋਂ ਤੁਸੀਂ ਕੋਈ ਬਹੁਤ ਗੂੜ੍ਹ ਪੜ੍ਹਾਈ ਕਰ ਰਹੇ ਹੋ, ਜਿਵੇਂ ਕੋਈ ਮੈਡੀਕਲ ਪੜ੍ਹ ਰਿਹਾ, ਕੋਈ ਮੈਡੀਸਨਸ ਪੜ੍ਹ ਰਿਹਾ, ਕੋਈ ਲਾਅ ਪੜ੍ਹ ਰਿਹਾ, ਜਦੋਂ ਕੋਈ ਬਹੁਤ ਗੂੜ੍ਹ ਪੜ੍ਹਾਈ ਆਪਾਂ ਕਰਦੇ ਹਾਂ ਨਾ, ਫਿਰ ਸਾਨੂੰ ਬੈਠ ਕੇ ਉਹਦੇ ਵਾਸਤੇ ਪ੍ਰੋਪਰ ਧਿਆਨ ਦੇਣਾ ਪੈਂਦਾ, ਪ੍ਰੋਪਰ ਟਾਈਮ ਦੇਣਾ ਪੈਂਦਾ ਉਹਨੂੰ। ਇਹ ਨਹੀਂ ਹੁੰਦਾ ਕਿ ਆਪਾਂ ਤੁਰੇ ਫਿਰਦੇ ਨਹੀਂ ਉਹ ਕਰ ਸਕਦੇ। ਤਾਂ ਉਹ ਜਿਹੜਾ ਟਾਈਮ ਹੈ ਬੇਸਿਕਲੀ ਉਹ ਕੀ ਆ? ਉਹ ਤੁਹਾਡੇ ਅੰਤਰ ਧਿਆਨ ਹੋਣਾ ਹੀ ਆ, ਕਿਉਂਕਿ ਤੁਸੀਂ ਜਦੋਂ ਆਪਣੀ ਮੈਡੀਸਨ ਜਾਂ ਲਾਅ ਜਾਂ ਜੋ ਵੀ ਤੁਹਾਡੀ ਇਨਫੋਰਮੇਸ਼ਨ ਆ ਤੁਸੀਂ ਉਹਨੂੰ ਪੜ੍ਹਦੇ ਆ, ਤੁਹਾਡੇ ਮਾਈਂਡ ਨੇ ਉਹਨੂੰ ਪ੍ਰੋਸੈਸ ਵੀ ਤਾਂ ਕਰਨਾ ਹੈ ਨਾ। ਉਹ ਪ੍ਰੋਸੈਸਿੰਗ ਵਾਸਤੇ ਤੁਹਾਨੂੰ ਬਕਾਇਦਾ ਫੋਕਸ ਹੋਣਾ ਪਊਗਾ। ਬਾਰ-ਬਾਰ ਆਪਾਂ ਕਹਿੰਦੇ ਹਾਂ ਕਿ ਸਟੇ ਫੋਕਸ। ਉਹਦਾ ਮਤਲਬ ਕੀ ਆ ਕਿ ਤੁਸੀਂ ਆਪਣੇ ਆਪ ਨੂੰ ਇਕਾਗਰਤਾ ਦੇ ਵਿੱਚ ਲੈ ਕੇ ਆਓ, ਹੈ ਨਾ। ਤਾਂ ਉਹੀ ਗੱਲ ਅਗਰ ਆਪਾਂ ਪੁਰਾਤਨ ਸਮਿਆਂ ਦੇ ਵਿੱਚ ਜਾਈਏ ਤਾਂ ਉਦੋਂ ਵੀ ਜਦੋਂ ਤੁਸੀਂ ਗਿਆਨ ਦੀ ਗੱਲ ਕਰਨੀ ਆ ਤਾਂ ਫਿਰ ਤੁਹਾਨੂੰ ਪੜ੍ਹਨਾ ਪੈਣਾ, ਤੁਹਾਨੂੰ ਗੁਰੂ ਦੀ ਸ਼ਰਨ 'ਚ ਜਾਣਾ ਪੈਣਾ, ਕਿਸੇ ਗੁਰੂ ਨੂੰ ਇਹ ਪੁੱਛਣਾ ਪੈਣਾ ਕਿ ਅਸੀਂ ਕੀ ਕਰੀਏ, ਕਿਵੇਂ ਦੇਖੀਏ, ਕਿਵੇਂ ਸਮਝੀਏ। ਔਰ ਉਹਨਾਂ ਲੋਕਾਂ ਨੂੰ ਇਹ ਸਾਰਾ ਕੁਝ ਕਰਨਾ ਪੈਣਾ ਸੀਗਾ। ਪਰ ਉਦੋਂ ਉਹ ਫਿਰ ਉਹਨਾਂ ਨੇ ਕੀ ਕੀਤਾ ਕਿ ਉਹ ਗਿਆਨ ਵਾਲਾ ਕੰਮ ਔਖਾ ਲੱਗਾ, ਉਹਨੂੰ ਉਹਨਾਂ ਨੇ ਸਾਈਡ 'ਤੇ ਛੱਡਦੇ ਗਏ। ਜਿਵੇਂ ਮੈਂ ਕਿਹਾ ਕਿ ਗੁਰੂ ਦੀ ਸ਼ਰਨ 'ਚ ਜਾਣਾ ਪੈਣਾ ਸੀ, ਗੁਰੂ ਨਾਲ ਗੱਲਾਂ ਕਰਨੀਆਂ ਪੈਣੀਆਂ ਸੀ। ਫਿਰ ਜੋ ਗੁਰੂ ਨੇ ਰਸਤੇ ਦੱਸੇ ਉਹਨਾਂ ਉੱਤੇ ਚੱਲਦਿਆਂ ਇਕਾਗਰ ਮਨ ਹੋ ਕੇ ਉਸ ਪਰਮਾਤਮਾ ਦਾ ਧਿਆਨ ਵੀ ਧਰਨਾ ਪੈਣਾ ਸੀ, ਅੰਤਰਮਨ ਹੋਣਾ ਪੈਣਾ ਸੀ। ਸ਼ਾਇਦ ਕਈ ਘੰਟੇ ਲੋਕ ਬੈਠੇ ਰਹਿੰਦੇ ਆ ਅੱਖਾਂ ਬੰਦ ਕਰਕੇ, ਜਾਂ ਕੋਈ ਜਿਸ ਤਰੀਕੇ ਦੀ ਵੀ ਸਾਡੀ ਕਮਾਈ ਹੈ, ਜਿਸ ਤਰੀਕੇ ਦੀ ਵੀ ਸਾਡੀ ਮਨਤਾ ਹੈ, ਉਸ ਤਰੀਕੇ ਨਾਲ ਉਹ ਲੋਕ ਆਪਣਾ ਧਿਆਨ ਕਰਦੇ ਆ। ਹੁਣ ਜਦੋਂ ਇਹ ਸਾਰਾ ਕੁਝ ਕਰਨਾ ਸੀਗਾ ਤਾਂ ਉਸ ਤੋਂ ਬਾਅਦ ਫਿਰ ਜੋ ਤੁਹਾਡੇ ਐਕਸਪੀਰੀਅੰਸਿਸ ਹੋਏ ਉਹਨਾਂ ਨੂੰ ਗੁਰੂ ਦੇ ਆਸ਼ਰਮ ਦੇ ਵਿੱਚ ਬੈਠ ਕੇ, ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਇੱਕ ਦੂਜੇ ਦੇ ਨਾਲ ਗੱਲਬਾਤ ਵੀ ਕਰਨੀ ਸੀ। ਸਨਾਤਨ ਪਰੰਪਰਾ ਦੇ ਵਿੱਚ ਇਹਨੂੰ ਸ਼ਾਸਤਰਾਰਥ ਕਿਹਾ ਜਾਂਦਾ ਸੀਗਾ। ਹੁਣ ਇਹ ਗੱਲ ਸਾਨੂੰ ਸਮਝਣੀ ਪਊਗੀ। ਉਹ ਸ਼ਾਸਤਰਾਰਥ ਕਰਨਾ ਬੜਾ ਜ਼ਰੂਰੀ ਸੀ, ਇੱਕ ਬੜਾ ਅਹਿਮ ਅੰਗ ਸੀਗਾ। ਪਰ ਹੁਣ ਆਮ ਲੋਕਾਂ ਨੇ ਕੀ ਕੀਤਾ? ਉਹਨਾਂ ਨੇ ਵੇਖਿਆ ਕਿ ਪੜ੍ਹੂਗਾ ਕਿਹੜਾ, ਸਮਝੂਗਾ ਕਿਹੜਾ। ਫਿਰ ਗੁਰੂ ਕੋਲੇ ਇੰਨਾ ਲੰਬਾ ਸਮਾਂ ਬੈਠ ਕੇ ਉਹਨਾਂ ਨਾਲ ਗੱਲਾਂ ਕਰੋ, ਫਿਰ ਐਕਸਪੀਰੀਅੰਸਿਸ ਲਓ, ਫਿਰ ਉਹਨਾਂ ਨੂੰ ਪ੍ਰੈਕਟੀਕੈਲਿਟੀ ਦੇ ਵਿੱਚ ਲੈ ਕੇ ਆਓ, ਫਿਰ ਉਹ ਸ਼ਾਸਤਰਾਰਥ ਵੀ ਕਰੋ। ਇਹ ਬਹੁਤ ਔਖਾ ਕੰਮ ਆ। ਤਾਂ ਉਹਨਾਂ ਨੇ ਆਪਣੀ ਸਹੂਲਤ ਦੇ ਮੁਤਾਬਕ ਕੀ ਕੀਤਾ ਕਿ ਇੱਕ ਪੰਡਿਤ ਜੀ ਨੂੰ ਆਤਮਾ ਅਤੇ ਪਰਮਾਤਮਾ ਦੇ ਵਿਚਕਾਰ ਇੱਕ ਵਿਚੋਲੇ ਵਾਂਗੂ ਪਾ ਲਿਆ ਕਿ ਆਹ ਸਾਡਾ ਵਿਚੋਲਾ ਹੋ ਗਿਆ। ਹੁਣ ਉਹਦੇ ਨਾਲ ਹੋਇਆ ਕੀ ਕਿ ਪੰਡਿਤ ਜੀ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਪੰਡਿਤ ਜੀ ਤੁਸੀਂ ਗਿਆਨ ਵਾਲੀਆਂ ਗੱਲਾਂ ਸਾਰੀਆਂ ਤੁਸੀਂ ਆਪ ਕਰੋ, ਸਾਨੂੰ ਸਿਰਫ ਇੰਨਾ ਮੋਟਾ ਦੱਸ ਦਿਓ ਕਿ ਅਸੀਂ ਕਿਹੜੇ ਕਰਮ ਕਾਂਡ ਕਰੀਏ ਅਤੇ ਸਾਡੇ 84 ਕੱਟੀ ਜਾਏ, ਜਾਂ ਜਿਸ ਤਰੀਕੇ ਦੀਆਂ ਵੀ ਸਾਡੀਆਂ ਜੋਨਾਂ ਕੱਟੀਆਂ ਜਾਣ, ਮੋਕਸ਼ ਮਿਲ ਜੇ, ਮੁਕਤੀ ਮਿਲ ਜੇ।
ਤਾਂ ਪੰਡਿਤ ਜੀ ਉਹਨਾਂ ਨੂੰ ਉਹ ਰਾਹ ਦੱਸਣੇ ਸ਼ੁਰੂ ਹੋ ਗਏ, ਕਿਉਂਕਿ ਪਰ ਹੁਣ ਹੋਇਆ ਕੀ, ਕਿਉਂਕਿ ਉਹਨਾਂ ਨੇ ਗਿਆਨ ਤਾਂ ਛੱਡ ਦਿੱਤਾ ਦੂਰ, ਕਰਮ ਕਾਂਡ ਨੂੰ ਹੱਥ 'ਚ ਫੜ ਲਿਆ ਔਰ ਹੌਲੀ ਹੌਲੀ ਕਰਦੇ ਉਹ ਕਰਮ ਕਾਂਡ ਜਿਹੜਾ ਆ ਉਹ ਵੀ ਖੋਖਲਾ ਹੁੰਦਾ ਗਿਆ। ਕਿਉਂ ਖੋਖਲਾ ਹੁੰਦਾ ਗਿਆ ਇਹ ਸਮਝਣਾ ਬਹੁਤ ਜ਼ਰੂਰੀ ਆ। ਖੋਖਲਾ ਇਸ ਕਰਕੇ ਹੁੰਦਾ ਗਿਆ ਕਿਉਂਕਿ ਉਹਦੇ ਵਿੱਚੋਂ ਭਾਵ ਮਾਈਨਸ ਹੁੰਦੇ ਗਏ, ਉਹਦੇ ਵਿੱਚੋਂ ਜਿਹੜੀ ਕੌਨਸ਼ੀਅਸਨੈਸ ਆ ਉਹ ਮਾਈਨਸ ਹੁੰਦੀ ਗਈ। ਹੁਣ ਭਾਵ ਕਿਉਂ ਮਾਈਨਸ ਹੋ ਗਏ? ਕਿਉਂਕਿ ਭਾਵ ਬਿਨਾਂ ਗਿਆਨ ਦੇ ਹੋ ਹੀ ਨਹੀਂ ਸਕਦੇ। ਗਿਆਨ ਦਾ ਹੋਣਾ ਭਾਵਾਂ ਦੇ ਲਈ ਬਹੁਤ ਜ਼ਰੂਰੀ ਹੈ, ਬਿਨਾਂ ਗਿਆਨ ਦੇ ਭਾਵ ਨਹੀਂ ਹੋ ਸਕਦਾ। ਇਹਨੂੰ ਅਗਰ ਆਪਾਂ ਐਗਜ਼ਾਮਪਲ ਦੇ ਕੇ ਦੇਖੀਏ ਨਾ, ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਇੰਝ ਹੀ ਦਿੰਦੀ ਹਾਂ ਆਪਣੇ ਲਾਈਫ ਦੇ ਵਿੱਚੋਂ ਹੀ। ਜਿੱਦਾਂ ਇੱਕ ਮਾਂ ਆ, ਹਰ ਇੱਕ ਮਾਂ ਨੂੰ ਆਪਣਾ ਬੱਚਾ ਬਹੁਤ ਪਿਆਰਾ ਹੁੰਦਾ ਆ ਔਰ ਇਹ ਕਿਹਾ ਜਾਂਦਾ ਆ ਕਿ ਮਾਂ ਆਪਣੇ ਬੱਚੇ ਨੂੰ ਲੱਖਾਂ ਦੀ ਭੀੜ ਦੇ ਵਿੱਚੋਂ ਵੀ ਪਹਿਚਾਣ ਲੈਂਦੀ ਆ। ਪਰ ਅਗਰ ਉਹੀ ਮਾਂ ਕਿਸੇ ਬਿਮਾਰੀ ਦੇ ਵਿੱਚ ਸ਼ਿਕਾਰ ਹੋ ਗਈ ਔਰ ਜਾਂ ਉਹ ਕਿਸੇ ਕੌਮਾ ਦੇ ਵਿੱਚ ਚਲੀ ਗਈ ਔਰ ਉਹ ਜਿਹੜਾ ਬੱਚਾ ਆ ਉਹ ਆਉਂਦਾ ਜਾਂ ਬਿਰਧ ਅਵਸਥਾ ਦੇ ਵਿੱਚ ਆ ਉਹ ਬੱਚਾ ਆਉਂਦਾ ਆ, ਉਹ ਕਹਿੰਦਾ ਮਾਂ ਮੈਂ ਆ, ਪਹਿਚਾਣਿਆ? ਮਾਂ ਕਹਿੰਦੀ ਨਹੀਂ ਪਹਿਚਾਣਿਆ। ਉਹ ਜਾਂ ਇੰਝ ਦੇਖਦੀ ਰਹਿੰਦੀ ਹੈ ਜਾਂ ਸਿਰ ਹਿਲਾ ਦਿੰਦੀ ਹੈ ਕਿ ਨਹੀਂ ਪਹਿਚਾਣਿਆ। ਫਿਰ ਉਹ ਬੋਲਦਾ ਮਾਂ ਮੈਂ ਤੇਰਾ ਪੁੱਤਰ। ਹੁਣ ਮਾਂ ਵੀ ਉਹੀ ਹੈ, ਬੱਚਾ ਵੀ ਉਹੀ ਹੈ ਨਾ, ਪਰ ਮਾਂ ਪਹਿਚਾਣ ਨਹੀਂ ਸਕੀ। ਕਿਉਂ ਨਹੀਂ ਪਹਿਚਾਣ ਸਕੀ? ਕਿਉਂਕਿ ਉਹ ਗਿਆਨ ਬੋਧ ਜਿਹੜਾ ਉਹ ਖਤਮ ਹੋ ਗਿਆ। ਮਾਂ ਉਹਨੂੰ ਰੈਕਗਨਾਈਜ਼ ਨਹੀਂ ਕਰ ਸਕੀ, ਉਹਨੂੰ ਉਹ ਜਿਹੜਾ ਇੱਕ ਬੋਧ ਹੋਣਾ ਸੀ ਉਹ ਨਹੀਂ ਹੋ ਪਾਇਆ ਔਰ ਉਹਦੇ ਕਰਕੇ ਗਿਆਨ ਨਹੀਂ ਹੋਇਆ ਕਿ ਇਹ ਮੇਰਾ ਪੁੱਤਰ ਹੈ। ਔਰ ਇਸੇ ਕਰਕੇ ਜਿਹੜੇ ਭਾਵ ਹੈ ਉਹ ਨਹੀਂ ਆ ਸਕੇ। ਜਿਹੜੇ ਭਾਵ ਮਾਂ ਦੇ ਅੰਦਰੋਂ ਸਰਲਤਾ ਦੇ ਵਿੱਚ ਹੀ ਨਿਕਲ ਕੇ ਆਉਂਦੇ ਸੀਗੇ, ਸਿਰਫ ਗਿਆਨ ਦੀ ਐਬਸੈਂਸ ਦੇ ਵਿੱਚ, ਕਿਉਂਕਿ ਗਿਆਨ ਇੰਦਰੀਆਂ ਨੇ ਕੰਮ ਨਹੀਂ ਕੀਤਾ, ਗਿਆਨ ਦੀ ਐਬਸੈਂਸ ਦੇ ਵਿੱਚ ਉਹ ਭਾਵ ਖਤਮ ਹੋ ਗਏ। ਸੋ ਇੱਥੋਂ ਤੁਸੀਂ ਆਪਾਂ ਇੰਨਾ ਕੁ ਸਮਝ ਲਈਏ ਕਿ ਗਿਆਨ ਭਾਵਾਂ ਦੇ ਲਈ ਬਹੁਤ ਇੰਪੋਰਟੈਂਟ ਹੈ। ਬਿਨਾਂ ਗਿਆਨ ਦੇ ਭਾਵ ਨਹੀਂ ਹੋ ਸਕਦੇ ਔਰ ਬਿਨਾਂ ਭਾਵ ਦੇ ਕੋਈ ਵੀ ਕੰਮ ਜਦੋਂ ਆਪਾਂ ਕਰਾਂਗੇ ਨਾ, ਉਹ ਹੌਲੀ ਹੌਲੀ ਮਕੈਨੀਕਲ ਵਰਤਾਰਾ ਬਣਦਾ ਜਾਊਗਾ। ਉਹ ਬਿਲਕੁਲ ਓਨਾ ਹੀ ਮਕੈਨੀਕਲ ਹੋ ਜਾਊਗਾ। ਜਿੱਦਾਂ ਅਗਰ ਆਪਾਂ ਇਹਨੂੰ ਦੇਖੀਏ ਤੇ ਛੋਟੀ ਜਿਹੀ ਐਗਜ਼ਾਮਪਲ ਆ, ਇਹ ਵੀ ਇੱਕ ਤਰ੍ਹਾਂ ਦੀ ਐਗਜ਼ਾਮਪਲ ਹੀ ਹੈ ਕਿ ਅਕਸਰ ਪੋਸਟ ਆਫਿਸ ਦੇ ਵਿੱਚ ਅਗਰ ਆਪਾਂ ਜਾਂਦੇ ਹਾਂ, ਇੱਥੋਂ ਦਾ ਮੈਨੂੰ ਪਤਾ ਨਹੀਂ ਬਟ ਇੰਡੀਆ ਦੇ ਵਿੱਚ ਤਾਂ ਇੱਦਾਂ ਹੀ ਆ। ਪੋਸਟ ਆਫਿਸ ਦੇ ਵਿੱਚ ਜਾਂਦੇ ਤਾਂ ਉੱਥੇ ਇੱਕ ਪੋਸਟਮੈਨ ਬੈਠੇ ਹੁੰਦੇ, ਉਹਨਾਂ ਦਾ ਕੰਮ ਸਿਰਫ ਇਹ ਹੁੰਦਾ ਕਿ ਉਹਨਾਂ ਨੇ ਚਿੱਠੀਆਂ ਦੇ ਉੱਤੇ ਸਟੈਂਪ ਲਾਉਣੀ ਹੁੰਦੀ ਆ। ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਹੁੰਦੇ ਅਤੇ ਸਟੈਂਪ ਜਿਹੜੀ ਉਹ ਬਸ ਹੱਥ ਦੇ ਨਾਲ ਹੀ ਚੱਲ ਰਿਹਾ ਹੁੰਦਾ। ਉਹ ਕੀ ਹੁੰਦਾ ਆ? ਕਿਉਂਕਿ ਉਹਨਾਂ ਦਾ ਇੱਕ ਮਕੈਨੀਕਲ ਵਰਤਾਰਾ, ਉਹਨਾਂ ਨੂੰ ਪਤਾ ਕਿ ਉਹਨਾਂ ਦੇ ਹੱਥਾਂ ਨੂੰ ਪਤਾ ਕਿ ਅਸੀਂ ਇੱਥੋਂ ਚੱਕਣਾ, ਇੱਥੇ ਲਗਵਾ ਦੇਣੀ ਆ। ਸੋ ਇਹ ਮਕੈਨੀਕਲ ਵਰਤਾਰਾ, ਉਹਦੇ ਵਿੱਚ ਭਾਵ ਨਹੀਂ ਹੈਗੇ, ਉਹਦੇ 'ਚ ਗਿਆਨ ਵੀ ਨਹੀਂ ਹੈਗਾ। ਤਾਂ ਜਦੋਂ ਤੁਸੀਂ ਕੋਈ ਵੀ ਕਰਮ ਕਾਂਡ ਜਿਹੜੇ ਕਰਦੇ ਆ ਬਿਨਾਂ ਭਾਵ ਦੇ, ਔਰ ਉਹ ਬਿਨਾਂ ਭਾਵ ਦੇ ਆਪਣੇ ਆਪ ਹੀ ਹੋ ਜਾਣੇ ਕਿਉਂਕਿ ਗਿਆਨ ਮਾਈਨਸ ਹੋ ਗਿਆ। ਹੁਣ ਇਹ ਗੱਲ ਮੈਂ ਸਨਾਤਨ ਪਰੰਪਰਾ ਦੇ ਲੋਕਾਂ ਵਾਸਤੇ ਕਰ ਰਹੀ ਸੀਗੀ ਹਜੇ ਤੱਕ ਤੇ, ਕਿ ਉਹਨਾਂ ਨੇ ਆਪਣੀ ਸਹੂਲਤ ਦੇ ਮੁਤਾਬਕ ਗਿਆਨ ਨੂੰ ਤਿਲਾਂਜਲੀ ਦਿੱਤੀ, ਗਿਆਨ ਨੂੰ ਉਹਨਾਂ ਨੇ ਗੁੱਡ ਬਾਏ ਕਹਿ ਦਿੱਤਾ ਔਰ ਉਸ ਦੇ ਬਾਅਦ ਉਹਨਾਂ ਨੇ ਸਿਰਫ ਪੰਡਿਤ ਜੀ ਨੂੰ ਵਿੱਚ ਇੱਕ ਵਿਚੋਲਾ ਪਾ ਕੇ ਤੇ ਕਰਮ ਕਾਂਡਾਂ ਦੇ ਵੱਲ ਧਿਆਨ ਕਰ ਲਿਆ। ਕਰਮ ਕਾਂਡ ਵੀ ਹੌਲੀ ਹੌਲੀ ਖੋਖਲੇ ਹੁੰਦੇ ਗਏ। ਕਿਉਂ? ਕਿਉਂਕਿ ਗਿਆਨ ਦੇ ਬਿਨਾਂ ਭਾਵ ਆ ਹੀ ਨਹੀਂ ਸੀ ਸਕਦਾ। ਸੋ ਬਿਨਾਂ ਭਾਵ ਦੇ ਜਿਹੜੇ ਉਹਨਾਂ ਦੇ ਕਰਮ ਕਾਂਡ ਆ ਉਹ ਮਕੈਨੀਕਲ ਹੋ ਗਏ। ਇਸੇ ਕਰਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਪੁੱਛਦੇ ਆ ਕਿ ਭਾਈ ਤੁਸੀਂ ਪਾਣੀ ਕਿਉਂ ਦੇ ਰਹੇ ਆ ਸੂਰਜ ਨੂੰ, ਤਾਂ ਉਹਨਾਂ ਕੋਲੇ ਜਵਾਬ ਕੋਈ ਨਹੀਂ ਹੁੰਦਾ। ਔਰ ਗੁਰੂ ਨਾਨਕ ਨੂੰ ਫਿਰ ਗੁਰੂ ਨਾਨਕ ਜਿਹੜੇ ਆ ਉਹ ਉਹਨਾਂ ਨੂੰ ਉਸ ਚੀਜ਼ ਤੋਂ ਵਰਜਦੇ ਆ, ਹੈ ਨਾ। ਇਹ ਚੀਜ਼ਾਂ ਸਾਨੂੰ ਸਮਝਣੀਆਂ ਬਹੁਤ ਜ਼ਰੂਰੀ ਆ ਕਿ ਗਿਆਨ ਕਿਉਂ ਇੰਪੋਰਟੈਂਟ ਆ। ਫਿਰ ਸਾਡੀ ਹਰ ਇੱਕ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਇਹਨਾਂ ਗੱਲਾਂ ਦਾ ਮਹੱਤਵ ਕੀ ਆ। ਹੁਣ ਇੱਕ ਵਾਰੀ ਫਿਰ ਇਹੀ ਦੇਖਦੇ ਹਾਂ ਕਿ ਜਦੋਂ ਇਹਨਾਂ ਨੇ ਜਿਹੜਾ ਆਪਾਂ ਪੋਸਟਮੈਨ ਦੀ ਗੱਲ ਕੀਤੀ ਨਾ, ਉਹ ਪੋਸਟਮੈਨ ਅਸੀਂ ਹੋ ਗਏ ਜਿਹੜੇ ਆਪਣੇ ਬਸ ਸਟੈਂਪ ਲਾਈ ਜਾ ਰਹੇ ਆ, ਜਾਂ ਉਹ ਸਨਾਤਨ ਲੋਕ ਹੋ ਗਏ ਜਿਹੜੇ ਆਪਣਾ ਬਸ ਕਰਮ ਕਾਂਡ ਕਰੀ ਜਾ ਰਹੇ ਸੀਗੇ ਔਰ ਪੰਡਿਤ ਜੀ ਉਹਨਾਂ ਦੇ ਉੱਤੇ ਬੌਸ ਹੋ ਗਏ ਜਿਹੜੇ ਉਹਨਾਂ ਨੂੰ ਦੱਸ ਰਹੇ ਸੀਗੇ ਆ ਨਵੀਆਂ ਚਿੱਠੀਆਂ ਆ ਗਈਆਂ ਨੇ ਉੱਤੇ ਵੀ ਲਗਾ ਦਿਓ ਮੋਹਰ ਬਸ। ਔਰ ਇਹਦੇ ਨਾਲ ਹੋਇਆ ਕਿ ਗਿਆਨ ਤੋਂ ਉਹ ਹਟ ਕੇ ਇੱਕ ਇਨਸਾਨ ਦੇ ਲੜ ਲੱਗ ਗਏ ਸੀਗੇ। ਪ੍ਰੋਬਲਮ ਸਿਰਫ ਇੰਨੀ ਕੀ ਆਈ ਕਿ ਗਿਆਨ ਤੋਂ ਹਟ ਕੇ ਉਹ ਪੰਡਿਤ ਜੀ ਦੇ ਲੜ ਲੱਗ ਗਏ। ਪੰਡਿਤ ਜੀ ਇੱਕ ਆਮ ਇਨਸਾਨ ਸੀ। ਹੁਣ ਜੋ ਪੰਡਿਤ ਜੀ ਕਹਿਣਗੇ, ਜਿੰਨੇ ਪੰਡਿਤ ਜੀ ਹੋਣਗੇ ਓਨੀਆਂ ਮਨੌਤਾਂ ਵੀ ਬਣਾ ਲੈਣਗੇ, ਕਿਉਂਕਿ ਇੱਕ ਪੰਡਿਤ ਜੀ ਕੁਛ ਕਹਿਣਗੇ, ਦੂਜੇ ਪੰਡਿਤ ਜੀ ਆਪਣੇ ਆਪ ਨੂੰ ਸਰਵਸ਼੍ਰੇਸ਼ਟ ਦੱਸਣ ਲਈ ਕੁਛ ਹੋਰ ਕਹਿਣਗੇ। ਇਹੋ ਹੀ ਤਕਰੀਬਨ ਸਾਡੇ ਸਿੱਖਾਂ ਨਾਲ ਵੀ ਹੋ ਰਿਹਾ। ਧਿਆਨ ਨਾਲ ਆਪਾਂ ਅਗਰ ਦੇਖੀਏ, ਆਪਣੇ ਹਾਲਾਤ ਦੇਖੀਏ, ਤਾਂ ਅਗਰ ਉਹ ਸਿਰਫ ਗਿਆਨ ਦੇ ਨਾਲ ਲੱਗੇ ਰਹਿੰਦੇ ਨਾ, ਅਗਰ ਉਹ ਸਿਰਫ ਗਿਆਨ ਦੇ ਲੜ ਲੱਗੇ ਰਹਿੰਦੇ ਤਾਂ ਫਿਰ ਉਹ
ਉਹ ਉਹਨਾਂ ਦੀ ਜਿਹੜਾ ਡਿਟਿਓਰੇਸ਼ਨ ਆ ਜੋ ਗੁਰੂ ਨਾਨਕ ਪਾਤਸ਼ਾਹ ਨੂੰ ਆ ਕੇ ਖ਼ਤਮ ਕਰਨੀ ਪਈ, ਉਹ ਨਹੀਂ ਹੋਣੀ ਸੀ, ਉਹ ਡਿਟਿਓਰੇਸ਼ਨ ਨਹੀਂ ਹੋਣੀ ਸੀਗੀ। ਗੁਰੂ ਨਾਨਕ ਪਾਤਸ਼ਾਹ ਨੇ ਇਸੇ ਕਰਕੇ ਉਹਨਾਂ ਨੂੰ ਵਰਜਿਆ ਕਿ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਗਿਆਨ ਨਹੀਂ ਹੈ, ਤੁਸੀਂ ਬਿਨਾਂ ਗਿਆਨ ਦੇ ਗੱਲਾਂ ਕਰ ਰਹੇ ਆ। ਔਰ ਗਿਆਨ ਸਾਨੂੰ ਸਿੱਖਾਂ ਨੂੰ ਦਿੱਤਾ ਸੀ ਉਹਨਾਂ ਨੇ ਕਿ ਜਦੋਂ ਵੀ, ਔਰ ਉਹਨਾਂ ਨੇ ਗੋਸ਼ਟੀ ਦਾ ਬਕਾਇਦਾ ਰਾਸਤਾ ਦਿਖਾਇਆ ਸੀ ਸਾਨੂੰ ਕਿ ਜੇ ਤੁਹਾਡੇ ਕੋਲੇ ਕੋਈ ਰਾਸਤਾ ਨਹੀਂ ਹੈ ਤਾਂ ਗੋਸ਼ਟੀ ਦਾ ਰਾਸਤਾ ਅਪਣਾਓ, ਗੱਲ ਤਾਂ ਕਰੋ, ਗੱਲਾਂ ਕਰਕੇ ਹੀ ਸਮਝ ਆਊਗੀ। ਪਰ ਆਪਾਂ ਉਹਦੇ ਉੱਤੇ ਵੀ ਖੈਰ ਨਹੀਂ ਚੱਲੇ। ਹੁਣ ਜੇ ਆਪਾਂ ਆਪਣੇ ਨਾਲ ਗੱਲ ਕਰ ਲਈਏ ਤਾਂ ਸਾਡੇ ਨਾਲ ਕੀ ਹੋਇਆ ਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ ਸ਼ਬਦ ਦੇ ਨਾਲ ਜੁੜਨ ਦਾ। ਸ਼ਬਦ ਦੇ ਨਾਲ ਜੁੜ ਕੇ ਅਸੀਂ ਗਿਆਨ ਨੂੰ ਪ੍ਰਾਪਤ ਕਰ ਸਕਦੇ ਹਾਂ। ਉਸ ਗਿਆਨ ਤੋਂ ਬਾਅਦ ਅਸੀਂ ਪ੍ਰੈਕਟੀਕੈਲਿਟੀ ਵੱਲ ਜਾਣਾ ਸੀ, ਕਿਉਂਕਿ ਉਸੇ ਗਿਆਨ ਨੂੰ ਇੰਪਲੀਮੈਂਟ ਵੀ ਤਾਂ ਕਰਨਾ ਸੀ ਨਾ। ਉਸ ਗਿਆਨ ਨੂੰ ਇੰਪਲੀਮੈਂਟ ਕਰਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਗੁਰਬਾਣੀ ਬਣੀਏ, ਤਾਂ ਉਹ ਗੁਰਬਾਣੀ ਬਣਨ ਵੱਲ ਸਾਨੂੰ ਮੂਵ ਕਰਨਾ ਸੀ। ਪਰ ਅਸੀਂ ਉਸ ਪਾਸੇ ਗਏ ਨਹੀਂ। ਅਸੀਂ ਵੀ ਕੀ ਕੀਤਾ, ਬਿਲਕੁਲ ਉਹਨਾਂ ਲੋਕਾਂ ਦੇ ਵਾਂਗੂ ਹੀ ਅਸੀਂ ਵੀ ਕੀ ਕੀਤਾ ਕਿ ਅਸੀਂ ਵੀ ਵਿੱਚ ਵਿਚੋਲੇ ਪਾ ਲਏ। ਹੁਣ ਉਹਨਾਂ ਵਿਚੋਲਿਆਂ ਨੂੰ ਅਸੀਂ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਦਰਸ਼ਨ ਆ ਉਹ ਕਰੋ, ਤੁਸੀਂ ਪੜ੍ਹੋ, ਤੁਸੀਂ ਅਗਰ ਅਖੰਡ ਪਾਠ ਵੀ ਕਰਨਾ ਤੁਸੀਂ ਪੜ੍ਹੋ, ਅਤੇ ਅਸੀਂ ਆਪਣੇ ਰਿਸ਼ਤੇਦਾਰ ਮਿੱਤਰਾਂ ਨੂੰ ਮਿਲ ਲਈਏ। ਸੋ ਸਾਡੇ ਲਈ ਇਹ ਚੀਜ਼ਾਂ ਖੋਖਲੀਆਂ ਹੁੰਦੀਆਂ ਗਈਆਂ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਅਖੰਡ ਪਾਠ ਚੱਲ ਰਿਹਾ, ਪਰ ਜਿਨ੍ਹਾਂ ਨੇ ਆਪਣੇ ਵੱਲੋਂ, ਅਸੀਂ ਇਹ ਕਹਿੰਦੇ ਹਾਂ ਨਾ ਕਿ ਅਸੀਂ ਅਖੰਡ ਪਾਠ ਰਖਵਾਇਆ ਹੈ ਜਾਂ ਜਿਸ ਤਰੀਕੇ ਨਾਲ ਜੋ ਸਾਡੀ ਟਰਮੀਨੋਲੋਜੀ ਆ, ਤਾਂ ਜਿਨ੍ਹਾਂ ਦੇ ਘਰ ਦੇ ਵਿੱਚ ਉਹ ਪ੍ਰਕਾਸ਼ ਹੈ ਉਹ ਉੱਥੇ ਬੈਠੇ ਨਹੀਂ ਹੈ, ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲ ਰਹੇ ਆ। ਤਾਂ ਇਹ ਇੱਕ ਖੋਖਲਾ ਕਰਮ ਕਾਂਡ ਹੋ ਗਿਆ ਤੁਹਾਡੇ ਵਾਸਤੇ। ਔਰ ਖੋਖਲਾ ਕਰਮ ਕਾਂਡ ਹੋਇਆ ਕਿ ਅਖੰਡ ਪਾਠ ਖੋਖਲਾ ਕਰਮ ਕਾਂਡ ਨਹੀਂ ਆ। ਤੁਹਾਡਾ ਉੱਥੇ ਨਾ ਬੈਠਣਾ ਔਰ ਇਹ ਕਹਿਣਾ ਕਿ ਮੈਂ ਅਖੰਡ ਪਾਠ ਕਰਵਾਇਆ, ਇਹ ਕਰਮ ਕਾਂਡ ਹੋ ਗਿਆ, ਇਹ ਖੋਖਲਾ ਕਰਮ ਕਾਂਡ ਹੋ ਗਿਆ। ਜੇਕਰ ਅਸੀਂ ਇਸ ਤਰੀਕੇ ਦੇ, ਔਰ ਕਿਉਂਕਿ ਫਿਰ ਸਾਨੂੰ ਸਮਝ ਨਹੀਂ ਆਉਂਦੀ ਕਿ ਹੁਣ ਅਸੀਂ ਕਰੀਏ ਕੀ, ਕਿਉਂਕਿ ਅਸੀਂ ਆਪਣੇ ਗੁਰੂ ਦੇ ਲੜ ਤਾਂ ਲੱਗੇ ਹੀ ਨਹੀਂ, ਅਸੀਂ ਆਪਣੇ ਗੁਰੂ ਦੇ ਸ਼ਰਨ ਦੇ ਵਿੱਚ ਤਾਂ ਆਏ ਹੀ ਨਹੀਂ। ਕਿਉਂਕਿ ਮੇਰਾ ਗੁਰੂ, ਜਿਸ ਤਰੀਕੇ ਨਾਲ ਮੈਂ ਸਨਾਤਨ ਲੋਕਾਂ ਬਾਰੇ ਗੱਲ ਕੀਤੀ ਹੈ ਕਿ ਉਹਨਾਂ ਨੇ ਗੁਰੂ ਦੀ ਸ਼ਰਨ 'ਚ ਜਾਣਾ ਸੀ, ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਉਹਨਾਂ ਦੀ ਸ਼ਰਨ 'ਚ ਜਾਣਾ ਸੀ, ਅਸੀਂ ਉਹਨਾਂ ਨਾਲ ਗੱਲਾਂ ਕਰਨੀਆਂ ਸੀ, ਅਸੀਂ ਉਹਨਾਂ ਕੋਲੋਂ ਗਿਆਨ ਲੈਣਾ ਸੀ, ਔਰ ਉਹ ਗਿਆਨ ਲੈ ਕੇ ਉਹਨੂੰ ਪ੍ਰੈਕਟੀਕੈਲਿਟੀ ਦੇ ਵਿੱਚ ਲਿਆ ਕੇ ਪ੍ਰੈਕਟੀਕਲੀ ਇੱਕ ਦੂਜੇ ਨਾਲ ਫਿਰ ਉਹਨਾਂ ਦੀ ਜੋ ਸਾਡੀ ਐਕਸਪੀਰੀਅੰਸ ਹੋਣੇ ਸੀ ਉਹ ਇੱਕ ਦੂਜੇ ਨਾਲ ਸ਼ੇਅਰ ਕਰਨੇ ਸੀਗੇ, ਸੰਗਤ ਕਰਨੀ ਸੀਗੀ। ਪਰ ਅਸੀਂ ਸੰਗਤ ਦੇ ਨਾਮ ਦੇ ਉੱਤੇ ਤਾਂ ਸਿਰਫ ਆਪਾਂ ਬਸ ਆਪਣੇ ਮਨ ਪਰਚਾਵਾ ਕਰ ਲਿਆ ਹੈ ਨਾ, ਕਿ ਅਸੀਂ ਜਾ ਆਏ ਹਾਂ ਜੀ, ਅੱਜ ਗੁਰਦੁਆਰੇ ਮੱਥਾ ਟੇਕ ਆਏ ਹਾਂ, ਅਸੀਂ ਉਹਨੂੰ ਮਕੈਨੀਕਲ ਵਰਤਾਰਾ ਬਣਾ ਲਿਆ। ਔਰ ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਰਨ 'ਚ ਨਹੀਂ ਗਏ ਨਾ, ਤਦ ਤੱਕ ਸਾਡਾ ਛੁਟਕਾਰਾ ਹੋਣਾ ਨਹੀਂ। ਔਰ ਇਸ ਤੋਂ ਮੇਰਾ ਮਤਲਬ ਇਹ ਨਹੀਂ ਆ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਜਾਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਗਏ, ਮੱਥਾ ਟੇਕਿਆ, 2 ਮਿੰਟ ਬੈਠੇ ਔਰ ਵਾਪਸ ਆ ਗਏ। ਨਹੀਂ, ਜਦੋਂ ਤੱਕ ਆਪਾਂ ਉੱਥੇ ਬੈਠ ਕੇ ਗੁਰੂ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਬੈਠ ਕੇ ਉਹਨਾਂ ਨਾਲ ਗੱਲਾਂ ਨਹੀਂ ਕਰਦੇ, ਉਹਨਾਂ ਕੋਲੋਂ ਗਿਆਨ ਲੈਂਦੇ ਨਹੀਂ, ਅਰਜਿਤ ਨਹੀਂ ਕਰਦੇ, ਤਦ ਤੱਕ ਗੱਲ ਨਹੀਂ ਬਣ ਸਕਦੀ। ਔਰ ਇਹੀ ਕਾਰਨ ਆ ਕਿਉਂਕਿ ਅਸੀਂ ਖੁਦ ਗਿਆਨ ਨਹੀਂ ਲਿਆ ਔਰ ਅਸੀਂ ਵਿੱਚ ਵਿਚੋਲੇ ਪਾ ਲਏ, ਜਿਹਦੇ ਕਰਕੇ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੇ ਡੇਰੇ ਆ ਉਹ ਮਸ਼ਰੂਮ ਕੀਤੇ। ਜਦੋਂ ਮੈਂ ਡੇਰਾ ਅੱਖਰ ਬੋਲਦੀ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜੇ ਰਾਧਾ ਸੁਆਮੀ ਜਾਂ ਨਾਮਧਾਰੀ ਜਾਂ ਕਿਸੇ ਹੋਰ ਤਰ੍ਹਾਂ ਦੇ ਡੇਰਿਆਂ ਦੀ ਇਕੱਲਿਆਂ ਉਹਨਾਂ ਦੀ ਗੱਲ ਨਹੀਂ ਮੈਂ ਕਰ ਰਹੀ, ਮੈਂ ਹਰ ਉਸ ਡੇਰੇ ਦੀ ਗੱਲ ਕਰ ਰਹੀ ਹਾਂ ਜਿਹੜਾ ਸਿੱਖੀ ਦੇ ਵਿੱਚ ਵੀ ਅੱਜ ਸਾਡੇ ਆਪਣੇ ਵੀ ਤਾਂ ਡੇਰੇ ਬਣ ਗਏ ਨਾ, ਅਸੀਂ ਆਪ ਵੀ ਤਾਂ ਡੇਰੇ ਬਣਾ ਕੇ ਬੈਠੇ ਹੋਏ ਹਾਂ। ਇਹ ਫਲਾਣੇ ਬਾਬਾ ਜੀ ਆ ਜੀ, ਇਹਨਾਂ ਦੀ ਫਲਾਣੀ ਮਨੌਤ ਆ, ਆਹ ਫਲਾਣੇ ਬਾਬਾ ਜੀ ਇਹਨਾਂ ਦੀ ਫਲਾਣੀ ਮਨੌਤ ਆ, ਆਪਾਂ ਵੀ ਤਾਂ ਉਹ ਸਾਰੇ ਡੇਰੇ ਬਣਾਏ ਆ। ਔਰ ਬਕਾਇਦਾ ਅਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਉਹ ਤਾਂ ਠੀਕ ਆ, ਪਰ ਉਸ ਦੇ ਨਾਲ ਅਸੀਂ ਜਿਹੜੇ ਉਹ ਬਾਬਾ ਜੀ ਉਹਨਾਂ ਨੂੰ ਵੀ ਮੱਥਾ ਟੇਕਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਵੀ ਮਹਾਂਪੁਰਸ਼ ਬਣਾ ਲਿਆ ਹੈ ਨਾ। ਅਸੀਂ ਇਹ ਸਮਝ ਹੀ ਨਹੀਂ ਸਕੇ ਕਿ ਸਾਡਾ ਮਹਾਂਪੁਰਸ਼, ਸਾਡਾ ਜਿਹੜਾ ਬ੍ਰਹਮ ਗਿਆਨੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਔਰ ਅਸੀਂ ਉਹਨਾਂ ਕੋਲੋਂ ਹੀ ਗਿਆਨ ਲੈਣਾ ਆ, ਉਹਨਾਂ ਨੇ ਹੀ ਸਾਨੂੰ ਅੱਗੇ ਤੋਰਨਾ ਆ। ਜੇਕਰ ਅਸੀਂ ਇੰਨੀ ਗੱਲ ਸਮਝ ਗਏ ਹੁੰਦੇ ਨਾ, ਤਾਂ ਅੱਜ ਕੋਈ ਵੀ ਰਾਮ ਰਹੀਮ ਪੈਦਾ ਨਹੀਂ ਸੀ ਹੋ ਸਕਦਾ, ਕੋਈ ਵੀ ਮਾਂ ਪਿਓ ਐਸੇ ਪੈਦਾ ਨਹੀਂ ਸੀ ਹੋ ਸਕਦੇ ਜਿਹੜੀ ਆਪਣੀਆਂ ਧੀਆਂ ਨੂੰ ਮੁਕਤੀ ਦੇ ਕਰਕੇ ਜਾਂ ਮੋਕਸ਼ ਪ੍ਰਾਪਤ ਕਰਨ ਵਾਸਤੇ ਜਾ ਕੇ ਕਿਸੇ ਡੇਰੇ ਦੇ ਵਿੱਚ ਛੱਡ ਆਉਂਦੇ ਕਿ ਲਓ ਤੁਸੀਂ ਤੇ ਸੇਵਾ ਕਰਦੀਆਂ ਰਹੋ, ਔਰ ਉਸ ਤੋਂ ਬਾਅਦ ਉਹਨਾਂ ਨਾਲ ਜੋ ਮਰਜ਼ੀ ਹੋਵੇ। ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਰ ਰਹੀ, ਇਹ ਬਕਾਇਦਾ ਹੁਣ ਪ੍ਰੂਵਨ ਫੈਕਟ ਆ। ਆਪਾਂ ਇਹ ਚੀਜ਼ਾਂ ਵੇਖ ਲਈਆਂ, ਇਹ ਆ ਗਈਆਂ, ਨਿਊਜ਼ 'ਚ ਆ ਗਈਆਂ, ਬਕਾਇਦਾ ਉਹਨਾਂ ਦੇ ਜਿਹੜੀਆਂ ਸਜ਼ਾਵਾਂ ਹੋ ਚੁੱਕੀਆਂ ਉਹਨਾਂ ਲੋਕਾਂ ਨੂੰ। ਉਹ ਹੋਇਆ ਕਿਉਂ? ਬੇਸ਼ੱਕ ਉਹ ਹਿੰਦੂਆਂ ਦੇ ਵਿੱਚ ਹੋ ਰਿਹਾ ਹੋਵੇ, ਬੇਸ਼ੱਕ ਉਹ ਮੁਸਲਮਾਨਾਂ 'ਚ ਹੋ ਰਿਹਾ ਹੋਵੇ, ਬੇਸ਼ੱਕ ਉਹ ਕ੍ਰਿਸਚਨਸ ਵਿੱਚ ਹੋ ਰਿਹਾ ਹੋਵੇ ਜਾਂ ਸਿੱਖਾਂ 'ਚ ਹੋ ਰਿਹਾ ਹੋਵੇ, ਉਹ ਹੁੰਦਾ ਕਿਉਂ ਆ? ਕਿਉਂਕਿ ਅਸੀਂ ਆਪਣੀ ਆਤਮਾ ਅਤੇ ਪਰਮਾਤਮਾ ਦੇ ਵਿਚਕਾਰ ਇੱਕ ਵਿਚੋਲਾ ਖੜ੍ਹਾ ਕਰ ਲੈਂਦੇ ਹਾਂ। ਅਸੀਂ ਇਹ ਸੋਚ ਲੈਂਦੇ ਹਾਂ ਕਿ ਮੇਰੀ ਆਤਮਾ ਨੂੰ
ਉਸ ਪਰਮਾਤਮਾ ਤੱਕ ਆਹ ਬੰਦਾ ਪਹੁੰਚਾ ਸਕਦਾ ਆ। ਤਾਂ ਅਸੀਂ ਉਹਦੀ ਸ਼ਰਨ ਕਰਨ, ਉਹਦੀ ਸ਼ਰਨ 'ਚ ਚਲੇ ਜਾਂਦੇ ਹਾਂ। ਉਸ ਇੱਕ ਪਰਮਾਤਮਾ ਦੀ ਸ਼ਰਨ 'ਚ ਜਾਣ ਦੀ ਬਜਾਏ ਅਸੀਂ ਉਸ ਬੰਦੇ ਦੀ ਸ਼ਰਨ 'ਚ ਚਲੇ ਜਾਂਦੇ ਹਾਂ ਕਿ ਤੁਸੀਂ ਸਾਨੂੰ ਦੱਸੋ ਜੀ ਮਹਾਂਪੁਰਖੋ ਅਸੀਂ ਕੀ ਕਰੀਏ। ਮੈਂ ਇਹ ਵੀ ਨਹੀਂ ਕਹਿ ਰਹੀ ਕਿ ਜਿਹੜੇ ਕੋਈ ਬਹੁਤ ਗਿਆਨੀ ਲੋਕ, ਗੂੜ ਗਿਆਨੀ ਲੋਕ ਨਹੀਂ ਹੁੰਦੇ, ਬੇਸ਼ੱਕ ਹੁੰਦੇ ਆ, ਪਰ ਅਸੀਂ ਜਿਸ ਦੀ ਸ਼ਰਨ ਕਰਨੀ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਅਸੀਂ ਕਿਸੇ ਕੋਲੋਂ ਕੁਛ ਮੰਗਣਾ ਹੈ, ਕੁਛ ਲੈਣਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਹੁਣ ਅਸੀਂ ਉਹ ਨਾ ਕਰਕੇ ਅਸੀਂ ਵੀ ਆਪਣੇ ਗਿਆਨ ਨੂੰ ਗੁੱਡ ਬਾਏ ਕਹਿ ਦਿੱਤੀ ਅਤੇ ਅਸੀਂ ਸਾਨੂੰ ਗਿਆਨ ਕੌਣ ਦਊਗਾ? ਉਹ ਮਹਾਂਪੁਰਖ, ਉਹ ਬ੍ਰਹਮ ਗਿਆਨੀ ਜਿਹੜੇ ਅਸੀਂ ਆਪਣੇ ਮੰਨ ਲਏ ਕਿ ਇਹ ਸਾਡੇ ਬ੍ਰਹਮ ਗਿਆਨੀ ਹੈ ਜੀ, ਇਹ ਸਾਡੇ ਮਹਾਂਪੁਰਖ ਹੈ ਜੀ, ਅਸੀਂ ਇਹਨਾਂ ਨੂੰ ਮੰਨਦੇ ਹਾਂ ਜੀ। ਅਸੀਂ ਹਰ ਕਿਸੇ ਬੰਦੇ ਨੂੰ, ਅਸੀਂ ਵੀ ਬੰਦਿਆਂ ਦੇ ਲੜ ਲੱਗਣਾ ਸ਼ੁਰੂ ਹੋ ਗਏ। ਸੋ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਬੌਧਿਕ ਗੁਲਾਮੀ, ਜਿਹੜੀ ਮਾਨਸਿਕ ਗੁਲਾਮੀ ਦੇ ਵਿੱਚੋਂ ਸਾਨੂੰ ਕੱਢਿਆ ਸੀ, ਅਸੀਂ ਮੁੜ ਉਸੇ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋ ਰਹੇ ਹਾਂ। ਅਸੀਂ ਮੁੜ ਉੱਥੇ ਹੀ ਜਾ ਰਹੇ ਹਾਂ ਔਰ ਉੱਥੇ ਜਾ ਕੇ ਅਸੀਂ ਬਕਾਇਦਾ, ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ, ਕਿਉਂਕਿ ਹੁਣ ਕਰਪਸ਼ਨ ਵੀ ਤਾਂ ਜ਼ਿਆਦਾ ਹੋ ਗਈ ਨਾ, ਤਾਂ ਉਸੇ ਤਰੀਕੇ ਨਾਲ ਅਸੀਂ ਅੱਜ ਫਿਰ ਪਹਿਲਾਂ ਵਾਲੇ ਲੋਕ ਜਿਹੜੇ ਸੀ ਉਹ ਪੰਡਿਤ ਦੇ ਕਹੇ ਦੇ ਉੱਪਰ ਚੱਲ ਰਹੇ ਸੀ। ਅਸੀਂ ਅੱਜ ਜੋ ਹਾਂ ਉਹ ਆਪਣੇ ਜਿਹੜੇ ਅਸੀਂ ਸੋ ਕਾਲਡ ਆਪਣੇ ਕੁਛ ਕੁ ਜਿਨ੍ਹਾਂ ਨੂੰ ਅਸੀਂ ਬਹੁਤ ਮਹਾਂਪੁਰਖ, ਬ੍ਰਹਮ ਗਿਆਨੀ ਜਾਂ ਜਿਸ ਤਰੀਕੇ ਦੇ ਵੀ ਨਾਮ ਦੇ ਨਾਲ, ਜਾਂ ਬਾਬਾ ਜੀ ਜਾਂ ਕਿਸ ਤਰੀਕੇ ਦੇ ਵੀ ਨਾਮ ਦੇ ਨਾਲ ਅਸੀਂ ਜਾਣਦੇ ਹਾਂ, ਅੱਜ ਅਸੀਂ ਉਹਨਾਂ ਦੀ ਗੱਲ ਸੁਣ ਰਹੇ ਹਾਂ ਔਰ ਫਿਰ ਬਕਾਇਦ ਸਾਡੇ ਅਤੇ ਉਹਨਾਂ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ, ਹੈ ਨਾ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਵਿੰਗ ਗੋਡ ਜਾਂ ਲਿਵਿੰਗ ਗੁਰੂ ਮੰਨ ਕੇ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਸਾਡੀ ਜਾਗਤ ਜੋਤ ਹੈ, ਤਾਂ ਫਿਰ ਸਾਨੂੰ ਉਹਨਾਂ ਦੀ ਹੀ ਸ਼ਰਨ ਦੇ ਵਿੱਚ ਜਾਣਾ ਸੀਗਾ। ਜੇ ਅਸੀਂ ਉਹਨਾਂ ਦੀ ਸ਼ਰਨ 'ਚ ਗਏ ਹੁੰਦੇ ਤਾਂ ਸਾਨੂੰ ਇਹ ਸਮਝ ਲੱਗ ਜਾਣੀ ਸੀ, ਸਾਨੂੰ ਇਹ ਪਤਾ ਲੱਗ ਜਾਣਾ ਸੀ ਕਿ ਅਧਿਆਤਮ ਅਤੇ ਧਾਰਮਿਕ ਇਹਨਾਂ ਦੋਵਾਂ ਦੇ ਵਿੱਚ ਫ਼ਰਕ ਕੀ ਔਰ ਇਹ ਇਕੱਠੇ ਕਿਵੇਂ ਆ। ਫਿਰ ਸਾਨੂੰ ਅੱਜ ਜਿਹੜੀਆਂ ਸਾਡੇ ਵਿੱਚ ਬਹਿਸਾਂ ਚੱਲ ਰਹੀਆਂ ਨਾ ਕਿ ਸਿੱਖ ਤਾਂ ਜੀ ਧਰਮ ਨਹੀਂ ਆ ਜੀ, ਸਿੱਖ ਪੰਥ ਆ ਜੀ, ਸਿੱਖ ਇਹ ਆ ਜੀ, ਸਿੱਖ ਉਹ ਨਹੀਂ ਆ ਜੀ, ਫਿਰ ਇਹ ਨਹੀਂ ਹੋਣੀਆਂ ਸੀ, ਕਿਉਂਕਿ ਫਿਰ ਸਾਡੇ ਅੰਦਰ ਜਿਹੜਾ ਗਿਆਨ ਦਾ ਚਾਨਣ ਹੋਣਾ ਸੀਗਾ। ਔਰ ਸਾਰੇ ਹੀ ਆਪਣੀ ਜਗ੍ਹਾ ਦੇ ਉੱਤੇ ਸਹੀ ਵੀ ਹੈ, ਕਿਉਂਕਿ ਜੇ ਆਪਾਂ ਇਹਨੂੰ ਧਿਆਨ ਨਾਲ ਦੇਖਣਾ ਸ਼ੁਰੂ ਕਰੀਏ ਤਾਂ ਸਿੱਖੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਪਾਂ ਲੜ ਲੱਗਦੇ ਹਾਂ ਤਾਂ ਸਾਨੂੰ ਉਹ ਅਧਿਆਤਮ ਦਾ ਰਾਹ ਦੱਸਦੇ ਆ। ਉਹ ਦੱਸਦੇ ਆ ਕਿ ਇਸ ਆਤਮਾ ਦੀ ਪਰਮਾਤਮਾ ਨਾਲ ਨਿਰੰਤਰਤਾ ਕਿਵੇਂ ਹੋ ਸਕਦੀ ਆ। ਤਾਂ ਉਸ ਟਾਈਮ ਦੇ ਉੱਤੇ ਉਹ ਅਧਿਆਤਮਿਕ ਹੁੰਦੇ ਆ, ਉਹ ਇੱਕ ਪੰਥ ਜਿਹੜਾ ਹੈ, ਪੰਥ ਦੇ ਉੱਤੇ ਆਪਾਂ ਚੱਲ ਰਹੇ ਹਾਂ, ਹੈ ਨਾ। ਪਰ ਜਦੋਂ ਆਪਾਂ ਅੱਗੇ ਚੱਲ ਕੇ ਦੇਖੀਏ ਤਾਂ ਉਹੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਹ ਵੀ ਦੱਸਦੇ ਆ ਕਿ ਤੁਸੀਂ ਜਾਤ ਧਰਮ ਨਹੀਂ ਪੁੱਛਣਾ, ਹੈ ਨਾ, ਤਾਂ ਫਿਰ ਸਾਨੂੰ ਉਹ ਧਰਮ ਦੀ ਗੱਲ ਵੀ ਦੱਸ ਰਹੇ ਆ। ਮੈਂ ਇਹਦੇ 'ਚ ਇੱਕ ਗੱਲ ਬੋਲਦੀ ਹਾਂ, ਆਤਮ ਦੇਓ ਪੂਜੀਏ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਹੁਣ ਇਹ ਇਹ ਅਧਿਆਤਮਿਕ ਤੌਰ ਦੇ ਉੱਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸ ਰਹੇ ਆ। ਇਸ ਟਾਈਮ ਦੇ ਉੱਤੇ ਇਹ ਪੰਥ ਹੈ। ਕਿਉਂ ਪੰਥ ਹੈ? ਕਿਉਂਕਿ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ, ਗੁਰ ਸਤਿਗੁਰ ਦਾਤੇ ਪੰਥ ਬਤਾਇਆ, ਹਰ ਮਿਲਿਆ ਆਏ ਪ੍ਰਭ ਮੇਰੀ। ਗੁਰ ਸਤਿਗੁਰ ਦਾਤੇ ਪੰਥ ਬਤਾਇਆ, ਇਹ ਪੰਥ, ਇਹ ਰਸਤਾ ਸਾਨੂੰ ਗੁਰੂ ਪਾਤਸ਼ਾਹ ਨੇ ਦੱਸਿਆ ਜਿਹਦੇ ਨਾਲ ਹਰ ਮਿਲਿਆ ਉਸ ਪਰਮਾਤਮਾ ਨੂੰ ਮੈਂ ਮਿਲ ਸਕਦਾ, ਹੈ ਨਾ। ਇਹ ਪੰਥ ਦੱਸਿਆ ਔਰ ਉਹ ਪੰਥ ਇਸ ਕਰਕੇ ਤਾਂ ਇਹ ਪੰਥ ਹੋ ਗਿਆ, ਰਾਈਟ, ਬਿਲਕੁਲ ਠੀਕ। ਆਤਮ ਦੇਓ ਪੂਜੀਏ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਹੁਣ ਇਹ ਸਾਨੂੰ ਉਸ ਅਧਿਆਤਮਿਕ ਤੌਰ ਦੇ ਉੱਤੇ ਚੱਲਣ ਦੇ ਨਾਲ, ਉਸ ਪੰਥ ਦੇ ਉੱਤੇ ਚੱਲਣ ਦੇ ਤਰੀਕੇ ਵੀ ਦੱਸੇ ਨੇ। ਉਹ ਕਿਸ ਤਰੀਕੇ ਨਾਲ ਉਸ ਪੰਥ ਦੇ ਉੱਤੇ ਚੱਲਦੇ ਹੋਏ ਅਸੀਂ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਸਥਾਪਿਤ ਕਰ ਸਕਦੇ ਹਾਂ। ਕਿਵੇਂ ਅਸੀਂ ਗੁਰੂ ਮਹਾਰਾਜ ਦੇ ਜਿਹੜੇ ਕਥਨ ਨੇ, ਗੁਰਬਾਣੀ ਬਣੀ ਹੈ, ਉਹਨਾਂ ਨੂੰ ਅਸੀਂ ਜਸਟੀਫਾਈ ਕਰ ਸਕਦੇ ਹਾਂ। ਪਰ ਇਸ ਦੇ ਨਾਲ ਹੀ ਜਦੋਂ ਗੁਰੂ ਪਾਤਸ਼ਾਹ ਸਾਨੂੰ ਇਹ ਕਹਿੰਦੇ ਨੇ, ਜਾਤ ਜਨਮ ਨਹਿ ਪੁੱਛੀਏ ਸੱਚ ਘਰ ਲਿਹ ਬਤਾਏ, ਸਾ ਜਾਤ ਸਾ ਪਤ ਹੈ ਜਿਹਾ ਕਰਮ ਕਮਾਏ। ਹੁਣ ਜਦੋਂ ਗੁਰੂ ਪਾਤਸ਼ਾਹ ਇਹ ਕਹਿੰਦੇ ਨੇ ਕਿ ਤੁਸੀਂ ਸੁਸਾਇਟੀ ਦੇ ਵਿੱਚ ਵਿਚਰਦੇ ਹੋਏ ਜਾਤ ਜਾਂ ਧਰਮ ਜਾਂ ਜਨਮ ਇਹ ਨਾ ਪੁੱਛੋ ਲੋਕਾਂ ਦੇ, ਕਿਉਂਕਿ ਜਾਤ ਅਤੇ ਜਨਮ ਉਹੀ ਹੈ ਜਿਹੋ ਜਿਹੇ ਤੁਸੀਂ ਕਰਮ ਕਮਾਉਂਦੇ ਆ। ਜੇ ਤੁਹਾਡੇ ਕਰਮ ਨੀਚ ਨੇ ਤੁਸੀਂ ਨੀਚ ਜਾਤ ਦੇ ਹੋ, ਜੇ ਤੁਹਾਡੇ ਕਰਮ ਊਚ ਨੇ ਤਾਂ ਤੁਸੀਂ ਉੱਚੀ ਜਾਤ ਦੇ ਹੋ। ਤੁਸੀਂ ਅਗਰ ਜਾਤਾਂ ਪਾਤਾਂ ਦੇ ਵਿੱਚ ਪੈਂਦੇ ਆ ਤਾਂ ਫਿਰ ਤੁਹਾਡਾ ਕੋਈ ਉਹ ਨਹੀਂ ਹੈ। ਹੁਣ ਇਹ ਸਾਡਾ ਸੁਸਾਇਟੀ ਦੇ ਵਿੱਚ ਚੱਲਣ ਦਾ ਤਰੀਕਾ ਆ, ਤਾਂ ਇਹ ਸਾਡਾ ਧਰਮ ਹੈ। ਔਰ ਮੈਂ ਬੜੀ ਆਪਣੀ ਮਤ ਮੁਤਾਬਕ ਮੈਂ ਬੜਾ ਕਲੀਅਰ ਕਰਕੇ ਆਈ ਸੀਗੀ ਕਿ ਧਰਮ ਸਿਰਫ ਇੰਨਾ ਕੀ ਹੈ, ਉਹ ਕਰਮ ਜੋ ਤੁਸੀਂ ਆਪਣੇ ਪਰਮਾਤਮਾ, ਆਪਣੇ ਉਸ ਗੁਰੂ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਰਦੇ ਹੋ, ਤੁਹਾਡੇ ਧਰਮ ਬਣ ਜਾਂਦੇ ਆ।
ਔਰ ਬਕਾਇਦਾ ਤੁਹਾਨੂੰ ਤੁਹਾਡੇ ਬਿਲੀਵਸ ਨੇ। ਹਰ ਇੱਕ ਧਰਮ ਦਾ ਆਪਣਾ ਆਪਣਾ ਵੱਖਰਾ ਵੱਖਰਾ ਬਿਲੀਫ ਹੁੰਦਾ ਆ ਕਿ ਉਹਦੇ ਆਪਣੇ ਆਪਣੇ ਰੂਲਸ ਹੁੰਦੇ ਆ। ਤੁਹਾਡੇ ਗੁਰੂ ਨੇ ਤੁਹਾਨੂੰ ਕੀ ਰੂਲ ਦਿੱਤੇ ਆ, ਉਹ ਰੂਲਸ ਕੀ ਨੇ, ਉਹ ਸਾਡਾ ਧਰਮ। ਹੁਣ ਸਿੱਖੀ ਇੱਥੇ ਧਰਮ ਹੀ ਹੈ। ਸੋ ਪੰਥ ਇੱਕ ਵੱਡਾ ਵਿਸ਼ਾਲ ਘੇਰਾ ਆ ਔਰ ਉਸ ਦੇ ਵਿਚਕਾਰ ਜਿਹੜੀ ਜਿੱਦਾਂ ਆਪਾਂ ਸੁਸਾਇਟੀ ਦੇ ਵਿੱਚ ਕਿੱਦਾਂ ਬਿਹੇਵ ਕਰਨਾ, ਫਿਲੋਸਫਿਕਲੀ ਅਸੀਂ ਕੀ ਕਰਨਾ, ਗੋਸ਼ਟੀ ਦਾ ਰਾਹ ਅਸੀਂ ਕਿੱਦਾਂ ਅਪਣਾਉਣਾ, ਬਾਕੀ ਇਹ ਸਾਰੀਆਂ ਸਾਨੂੰ ਉਹਨਾਂ ਨੇ ਗੁਰੂ ਮਹਾਰਾਜ ਨੇ ਉਹਦੇ ਵਿੱਚ ਉਸ ਪੰਥ ਦੇ ਵਿਚਕਾਰ ਸਾਰਾ ਕੁਝ ਸੰਮਿਲਿਤ ਕਰਕੇ ਇਕੱਠਾ ਕਰਕੇ ਸਾਨੂੰ ਦਿੱਤਾ ਹੋਇਆ ਕਿ ਆ ਲਓ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਕਾਇਦਾ ਹਰ ਇੱਕ ਚੀਜ਼ ਵਾਸਤੇ ਸੁਚੇਤ ਕਰਦੇ ਨੇ, ਸਾਨੂੰ ਗਿਆਨ ਦਿੰਦੇ ਨੇ, ਪਰ ਉਹਦਾ ਸ਼ਰਤ ਸਿਰਫ ਇਹੀ ਆ ਕਿ ਸਾਨੂੰ ਸ਼ਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੀ ਜਾਣਾ ਪਊਗਾ। ਸੋ ਇੰਨੀਆਂ ਕੁ ਗੱਲਾਂ ਅੱਜ ਮੇਰੀ ਇੰਨੀ ਕੁ ਬੇਨਤੀ ਜਿਹੜੀ ਆ ਉਹ ਪ੍ਰਵਾਨ ਕਰਨਾ ਜੀ। ਮੇਰੇ ਕੋਲ ਕਿਸੇ ਦੇ ਵੀ ਕੋਈ ਵੀ ਐਸੀ ਗੱਲ ਕਹੀ ਜਾਵੇ ਜਿਸ ਦੇ ਨਾਲ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚੇ ਤਾਂ ਮੈਂ ਦੋਵੇਂ ਹੱਥ ਜੋੜ ਕੇ ਮੈਂ ਖਿਮਾ ਦੀ ਜਾਚਕ ਹਾਂ, ਕਿਉਂਕਿ ਮੇਰਾ ਮਤਲਬ ਜਾਂ ਮੇਰਾ ਮੋਟਿਵ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ। ਮੇਰਾ ਮੋਟਿਵ ਸਿਰਫ ਇੰਨਾ ਕੀ ਆ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਜੈਨਰਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ, ਹੈ ਨਾ, ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਆਹੀ ਸੱਚ ਆ ਬਾਕੀ ਸਭ ਝੂਠ ਆ, ਤਾਂ ਫਿਰ ਸਾਡੇ ਰਸਤੇ ਬੰਦ ਹੋਣੇ ਸ਼ੁਰੂ ਹੋ ਜਾਂਦੇ। ਔਰ ਇਹਨਾਂ ਰਸਤਿਆਂ ਨੂੰ ਹੀ ਖੋਲ੍ਹਣ ਵਾਸਤੇ ਗਿਆਨ ਦਾ ਮਾਰਗ ਹੋਣਾ ਬਹੁਤ ਜ਼ਰੂਰੀ ਆ, ਗੋਸ਼ਟੀਆਂ ਹੋਣੀਆਂ ਬਹੁਤ ਜ਼ਰੂਰੀ ਆ, ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ, ਜਿਹਦੇ ਬਾਰੇ ਜਗੀਰ ਸਿੰਘ ਉਹਨਾਂ ਨੇ ਕਿਹਾ ਸੀਗਾ ਇਹਨਾਂ ਗੱਲਾਂ ਦਾ ਕੀ ਫਾਇਦਾ ਹੋਊਗਾ। ਇਹਨਾਂ ਗੱਲਾਂ ਦਾ ਸਿਰਫ ਇੰਨਾ ਹੀ ਫਾਇਦਾ ਹੋਊਗਾ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਗੱਲ ਕਰਨੀ ਸ਼ੁਰੂ ਕਰਾਂਗੇ। ਉਸ ਗਿਆਨ ਔਰ ਅਸੀਂ ਉਸ ਗਿਆਨ ਦੇ ਸੋਮੇ ਵੱਲ ਜਾਵਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਅਸੀਂ ਜਾਵਾਂਗੇ, ਉਹਨਾਂ ਦੀ ਸ਼ਰਨ 'ਚ ਜਾਵਾਂਗੇ ਔਰ ਸਾਨੂੰ ਪਤਾ ਹੋਊਗਾ ਕਿ ਅਸੀਂ ਇੱਕ ਦੂਜੇ ਨਾਲ ਗੱਲ ਕਰਕੇ ਆਏ ਹਾਂ। ਉਹਦਾ ਐਕਸਪੀਰੀਅੰਸ ਇਹ ਸੀ, ਮੇਰਾ ਐਕਸਪੀਰੀਅੰਸ ਇਹ ਆ, ਮੇਰੀ ਕਹਾਣੀ ਇਹ, ਉਹਦਾ ਐਕਸਪੀਰੀਅੰਸ, ਉਹਦੀ ਕਹਾਣੀ ਇਹ ਆ। ਅਤੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਜਦੋਂ ਅਸੀਂ ਬੈਠਾਂਗੇ ਤਾਂ ਸਾਨੂੰ ਗਿਆਨ ਦੀ ਦਾਨ ਜ਼ਰੂਰ ਮਿਲੂਗਾ। ਔਰ ਗਿਆਨ ਮਿਲਣ ਤੋਂ ਬਾਅਦ ਹੀ ਅਸੀਂ ਪ੍ਰੈਕਟੀਕਲ ਕਰ ਸਕਦੇ ਹਾਂ, ਉਸ ਤੋਂ ਪਹਿਲਾਂ ਅਸੀਂ ਪ੍ਰੈਕਟੀਕਲ ਨਹੀਂ ਕਰ ਸਕਦੇ। ਸੋ ਇੰਨੀਆਂ ਕੁ ਮੇਰੀਆਂ ਅੱਜ ਬੇਨਤੀਆਂ ਜਿਹੜੀਆਂ ਨੇ ਪ੍ਰਵਾਨ ਕਰਨਾ ਜੀ। ਅਗਲੇ ਐਪੀਸੋਡ ਦੇ ਵਿੱਚ ਅਸੀਂ ਜਿਹੜੀਆਂ ਸੋਸ਼ਲ ਸਟਰਕਚਰਸ ਦੇ ਉੱਪਰ ਗੱਲ ਕਰਾਂਗੇ। ਗੁਰੂ ਨਾਨਕ ਮਹਾਰਾਜ ਦੀ ਪਰਸਨੈਲਿਟੀ ਦੇ ਵਿੱਚੋਂ ਹੀ, ਉਹਨਾਂ ਦੀ ਜਿਹੜਾ ਵਿਅਕਤੀਗਤ ਜਿਹੜਾ ਵਿਸ਼ਾਲਤਾ ਆ ਉਹਦੇ ਵਿੱਚੋਂ ਹੀ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਇੱਕ ਸਿੱਖ ਨੂੰ ਕੀ ਮੱਤ ਦਿੱਤੀ ਹੈ ਸੁਸਾਇਟੀ ਵਾਸਤੇ। ਸੋ ਇੱਥੋਂ ਤੱਕ ਆਪਾਂ ਇੰਨੀ ਗੱਲ ਕਰ ਚੁੱਕੇ ਹਾਂ ਕਿ ਜਿੰਨੀ ਵਾਰੀ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲਵਾਂਗੇ ਅਰਦਾਸ ਦੇ ਵਿੱਚ, ਤਾਂ ਅਸੀਂ ਬਕਾਇਦਾ ਗੁਰੂ ਪਾਤਸ਼ਾਹ ਨੂੰ ਇਹ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਸਾਡੀ ਕਿ ਸਾਨੂੰ, ਔਰ ਹਰ ਵਾਰੀ ਇਹ ਅਸੀਂ ਮਹਿਸੂਸ ਕਰਕੇ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਕਿ ਜਦੋਂ ਅਸੀਂ ਕਹੀਏ ਨਾਨਕ ਲਈ ਧਿਆਏ ਤਾਂ ਉਸ ਦਾ ਮਤਲਬ ਹੈ ਹੇ ਗੁਰੂ ਪਾਤਸ਼ਾਹ, ਸਾਨੂੰ ਜੋ ਧਰਮ ਦੇ ਰੂਲ ਤੂੰ ਦਿੱਤੇ ਹੈ ਉਹਦੇ ਉੱਤੇ ਚੱਲਣ ਦਾ, ਉਹਨਾਂ ਦਾ ਗਿਆਨ ਹੋਣ ਦਾ ਸਾਨੂੰ ਬਲ ਬਖਸ਼, ਉਹਨਾਂ ਬਾਰੇ ਗਿਆਨ ਦੇ ਔਰ ਉਹਨਾਂ ਉੱਤੇ ਚੱਲਣ ਦਾ ਬਲ ਬਖਸ਼। ਔਰ ਫਿਰ ਉਸ ਧਰਮ ਦੇ ਉੱਤੇ ਚੱਲਦਿਆਂ ਹੋਇਆਂ ਮੇਰੀ ਆਤਮਾ ਇੰਨੀ ਪਵਿੱਤਰ ਹੋ ਜੇ ਕਿ ਉਸ ਪਰਮਾਤਮਾ ਦੇ ਨਾਲ ਨਿਰੰਤਰਤਾ ਸਥਾਪਿਤ ਕਰ ਸਕੇ। ਇੰਨੀਆਂ ਬੇਨਤੀਆਂ ਅੱਜ ਮੇਰੀਆਂ ਪ੍ਰਵਾਨ ਕਰਨੀਆਂ ਜੀ। ਅਗਲੇ ਐਪੀਸੋਡ ਵਿੱਚ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।